एह बाणी महापुरख की निज घर वसा होए। बाणी गुरु गुरु है बाणी विच बाणी अमृत सारे। गुरबाणी कह सेवक जन मन परतख गुरु निस्तारे। श्लोक महला पहला। दुख विच जमन दुख मरना दुख वर्तन संसार। दुख दुख अग्गै आखिया पढ़ पढ़ कर पुकार। दुख विच जमन दुख मरना दुख वर्तन संसार। दुख दुख अग्गै आखिया पढ़ पढ़ कर पुकार। दुख किया पंडा खुलियां सुख ना निकलियो कोए। दुख विच जियो जलाया दुखिया चलिया रोए। नानक सिफती रतिया मन तन हरिया होए। दुख किया अग्गी मारिया पी दुख दारू होए। महला पहला। नानक दुनिया भस रंग पसो हूँ पस खे। पसो पसक मावणी पी पस भरिया दे। जाजों विच हों कड्डिया पसू भरिया जाए। अग्गे लेखा मंगिया होड दसूनी पाए। पौड़ी नाय सुनिया सुच संजम जम नेड़ न आवे। नाय सुनिया घट चानन आनेर गवावे। नाय सुनिया आप बुझिया लाहा ना पावे। नाय सुनिया पाप कटिया निर्मल सच पावे। नानक नाय सुनिया मुख उजले नाम गुरमुख ते आवे। नानक नाय सुनिया मुख उजले नाम गुरमुख ते आवे। वाहिगुरु जी का खालसा वाहिगुरु जी की फतेह। चल रही लड़ीवार गुरु शब्द दी विचार आप जी नूं सरवण करा रहे हैं। अति सत्कारयोग भाई साहब भाई रजिंदर सिंह जी हैड ग्रंथी साहिब गुरुद्वारा रकाबगंज साहिब उन्हां पासों पावन शब्द दी विचार सरवण करो जी। जगत गुरु धन धन साहिब श्री गुरु नानक देव महाराज जी का 550 साला प्रकाश गुरपुरब 12 नवंबर नूं है।
ਇਸੇ ਹੀ ਸਬੰਧ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 11 ਨਵੰਬਰ ਨੂੰ ਜੁਗੋ ਜੁਗੇ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਛਤਰ ਛਾਇਆ ਹੇਠ ਅਤੇ 50 ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸਵੇਰੇ 10 ਵਜੇ ਆਰੰਭ ਹੋਵੇਗਾ, ਜਿਸ ਦੀ ਸਮਾਪਤੀ ਸ਼ਾਮ ਨੂੰ ਗੁਰਦੁਆਰਾ ਨਾਨਕ ਪਿਆਰਾ ਸਾਹਿਬ ਵਿਖੇ ਹੋਵੇਗੀ। ਅਤੇ 12 ਨਵੰਬਰ ਨੂੰ ਭਾਈ ਲੱਖੀ ਸ਼ਾਹ ਨਜ਼ਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਦੀਵਾਨ ਸੱਜਣਗੇ। ਆਪ ਸੰਗਤਾਂ ਪ੍ਰਤੀ ਬੇਨਤੀ ਹੈ ਇਹਨਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਆਸ ਬੇਨਤੀਆਂ ਪ੍ਰਵਾਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹੈਂ ਸੋ ਕਹਾ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ, ਤੇਰੇ ਗੁਣ ਗਾਵਾਂ ਦੇਹ ਬੁਝਾਈ। ਜੈਸੇ ਸੱਚ ਮਹਿ ਰਹੋ ਰਜ਼ਾਈ। ਬੇਸ਼ੁਮਾਰ ਅਥਾਹ ਅਗਨਤ ਅਤੁੱਲ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਈ ਮਹਾਰਾਜ ਜੀ ਦੇ ਪਵਿੱਤਰ ਪਾਵਨ ਮੁਕੱਦਸ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁੜ ਬੈਠੇ ਗੁਰੂ ਸਵਾਰੇ ਗੁਰਮੁਖ ਸਤ ਸੰਗਿਓ, ਵਡਭਾਗੇ ਹੋ ਜੋ ਕੁੱਲ ਮਨੁੱਖਤਾ ਦੇ ਸਰਬ ਦਾ ਆਨੰਦ ਮਾਣਦੇ ਹੋਏ ਰੱਬੀ ਬਾਣੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ। ਸੋ ਆਓ ਹੁਣ ਲੜੀਵਾਰ ਚੱਲ ਰਹੀ ਪਾਵਨ ਵਿਚਾਰ ਦੇ ਨਾਲ ਸਾਂਝ ਪਾਈਏ। ਕੱਲ ਤੱਕ ਆਪ ਜੀ ਨੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ ਦੇ ਵਿੱਚ 1240 ਅੰਗ ਦੇ ਉੱਪਰ ਜੋ ਸੁਭਾਏਮਾਨ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਾਰੰਗ ਰਾਗ ਦੇ ਅੰਦਰ ਉਚਾਰਨ ਕੀਤੀ ਹੋਈ ਵਾਰ ਹੈ, ਜਿਸ ਨੂੰ ਹੁਕਮ ਹੈ ਰਾਏ ਮਹਿਮੇ ਹਸਨੇ ਕੀ ਧੁਨ ਉੱਪਰ ਗਾਉਣ ਦਾ। ਹਦਾਇਤ ਹੈ ਸਤਿਗੁਰਾਂ ਦੀ। ਇਸ ਪਾਵਨ ਪਵਿੱਤਰ ਵਾਰ ਦੀ 7ਵੀਂ ਪੌੜੀ ਤੱਕ ਦੀ ਵਿਚਾਰ ਸਰਵਨ ਕੀਤੀ ਸੀ। ਅੱਜ 8ਵੀਂ ਪੌੜੀ ਅਤੇ ਨਾਲ ਜੋ ਸਾਹਿਬਾਂ ਨੇ ਸ਼ਲੋਕ ਅੰਕਿਤ ਕੀਤੇ ਹਨ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਵਾਰਾਂ ਦਾ ਮੂਲ ਸਰੂਪ ਪੌੜੀਆਂ ਨੇ। ਇਹ ਪੌੜੀਆਂ ਦੇ ਨਾਲ ਵਾਰਾਂ ਦੇ ਵਿੱਚ ਜਿਹੜੇ ਸ਼ਲੋਕ ਨੇ ਉਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਾਲ ਪੌੜੀਆਂ ਦੇ ਭਾਵਾਂ ਦੇ ਨਾਲ ਜਿਨ੍ਹਾਂ ਦਾ ਸੰਬੰਧ ਹੈ ਉਹ ਅੰਕਿਤ ਕੀਤੇ ਹਨ। ਸੋ ਸਾਹਿਬ ਧੰਨ ਗੁਰੂ ਨਾਨਕ ਦੇਵ ਦੀਨ ਦੁਨੀ ਦੇ ਮਾਲਕ ਜ਼ਾਹਰ ਪੀਰ ਜਗਤ ਗੁਰ ਬਾਬਾ, ਉਹਨਾਂ ਦੇ 2 ਸ਼ਲੋਕ ਹਨ ਪੌੜੀ ਦੇ ਨਾਲ। ਇਉਂ ਜਾਣੋ ਕਿ ਇਹਨਾਂ ਸ਼ਲੋਕਾਂ ਦੀ ਵਿਆਖਿਆ ਹੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੌੜੀ ਦੇ ਅੰਦਰ ਕੀਤੀ ਹੈ। ਪੌੜੀ ਦੇ ਵਿੱਚ ਸਤਿਗੁਰਾਂ ਨੇ ਜਿਹੜੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਸਾਨੂੰ ਸੋਝੀ ਬਖਸ਼ੀ ਹੈ। ਔਰ ਸ਼ਲੋਕਾਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਆਓ ਇਸ ਵਿਚਾਰ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ
ਮਨ ਦੀ ਇਕਾਗਰਤਾ ਅਤੇ ਟਿਕਾਓ ਵਾਸਤੇ ਕਰੋ ਰਸਨਾ ਪਵਿੱਤਰ ਤੇ ਆਖੋ ਸਤਨਾਮ ਵਾਹਿਗੁਰੂ। ਫਿਰ ਆਖੋ ਸਤਨਾਮ ਵਾਹਿਗੁਰੂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੁਣ ਕਰਕੇ, ਉਹਦੇ ਨਾਮ ਨੂੰ ਸੁਣਨ ਦੇ ਨਾਲ ਜੀਵਨ ਦੇ ਵਿੱਚ ਪਵਿੱਤਰਤਾ ਆਉਂਦੀ ਹੈ ਤੇ ਵਿਸ਼ੇ ਵਿਕਾਰਾਂ ਰੂਪੀ ਜਮਾਂ ਦੇ ਦੂਤ ਨੇੜੇ ਨਹੀਂ ਆਉਂਦੇ। ਭਾਵ ਅਰਥ ਪੌੜੀ ਦੇ ਜਿਹੜੇ ਨੇ, ਉਹਦੇ ਨਾਮ ਨੂੰ ਸੁਣਨ ਦੇ ਨਾਲ ਅੰਦਰ ਚਾਨਣ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ, ਅਗਿਆਨਤਾ ਮਿਟਦੀ ਹੈ। ਉਹਦੇ ਨਾਮ ਨੂੰ ਸੁਣ ਲਈਏ, ਬੁੱਝ ਲਈਏ ਤੇ ਨਾਮ ਦਾ ਲਾਭ ਜਿਹੜਾ ਹੈ, ਲਾਭ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਸਿਰ ਕਹਿੰਦੇ ਨੇ ਉਹਦੇ ਨਾਮ ਨੂੰ ਸੁਣਨ ਦੇ ਨਾਲ ਸਾਰੇ ਪਾਪ ਕੱਟੇ ਜਾਂਦੇ ਨੇ ਤੇ ਹਿਰਦਾ ਜਿਹੜਾ ਹੈ ਉਹ ਮੈਲ ਤੋਂ, ਪਾਪਾਂ ਦੀ ਮੈਲ ਤੋਂ ਰਹਿਤ ਹੋ ਜਾਂਦਾ ਹੈ। ਉਹਦੇ ਨਾਮ ਨੂੰ ਸੁਣਨ ਦੇ ਨਾਲ ਮੁਖ ਪਵਿੱਤਰ ਹੋ ਜਾਂਦਾ ਹੈ, ਮੂੰਹ ਉਜਲਾ ਹੋ ਜਾਂਦਾ ਹੈ। ਜਿਹੜਾ ਵੀ ਗੁਰੂ ਦੀ ਸ਼ਰਨ ਪੈ ਕਰਕੇ ਗੁਰੂ ਦੇ ਬਖਸ਼ੇ ਹੋਏ ਨਾਮ ਨੂੰ ਸਮਝ ਲੈਂਦਾ ਹੈ ਇਹ ਨਾਮ ਕੀ ਹੈ, ਉਹ ਆਪਣੇ ਜੀਵਨ ਦੇ ਵਿੱਚ ਫਿਰ ਸ਼ੁਭ ਗੁਣਾਂ ਦਾ ਧਾਰਨੀ ਹੋ ਕਰਕੇ ਪਰਮਾਤਮਾ ਦੀ ਸਿਫਤ ਸਲਾਹ, ਉਸ ਦੀ ਵਡਿਆਈ ਕਰਦਾ ਹੋਇਆ ਆਪਣਾ ਜੀਵਨ ਸਫਲਾ ਕਰ ਲੈਂਦਾ ਹੈ। ਇਹ ਪੌੜੀ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਭਾਵ ਬਖਸ਼ਿਸ਼ ਕੀਤੇ ਹਨ, ਕਿਉਂਕਿ ਜਿਹੜਾ ਵਾਰ ਦਾ ਸਵਰੂਪ ਹੈ ਉਹ ਪੌੜੀਆਂ ਨੇ। ਇਸ ਕਰਕੇ ਅਸੀਂ ਪੌੜੀ ਨੂੰ ਹੀ ਮੁੱਖ ਰੱਖ ਕਰਕੇ ਤੇ ਬਾਕੀ ਜਿਹੜੀ ਵਿਚਾਰ ਹੈ ਉਹ ਆਪ ਜੀ ਨਾਲ ਸਾਂਝੀ ਕਰਨੀ ਹੈ। ਹੁਣ ਆਉਂਦੇ ਹਾਂ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਸ਼ਲੋਕ ਦੇ ਉੱਪਰ। ਸ਼ਲੋਕ ਮਹਿਲਾ ਪਹਿਲਾ। ਦੁੱਖ ਵਿੱਚ ਜੰਮਣ ਦੁੱਖ ਮਰਨ, ਦੁੱਖ ਵਰਤਣ ਸੰਸਾਰ, ਦੁੱਖ ਦੁੱਖ ਅੱਗੇ ਆਖੀਐ, ਪੜ ਪੜ ਕਰਹਿ ਪੁਕਾਰ। ਦੀਨ ਦੁਨੀ ਦੇ ਮਾਲਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਮਨੁੱਖ ਦੇ ਜੀਵਨ ਦੇ ਨਾਲ ਦੁੱਖ ਇੰਨੇ ਜੁੜੇ ਹੋਏ ਹਨ ਕਿ ਇਉਂ ਕਹਿ ਲਈਏ ਕਿ ਦੁੱਖ ਦੇ ਵਿੱਚ ਹੀ ਜੰਮਣ ਹੈ ਤੇ ਦੁੱਖ ਦੇ ਵਿੱਚ ਹੀ ਮੌਤ ਹੈ। ਇਹ ਗੱਲ ਜਿਹੜੀ ਹੈ ਕਬੀਰ ਸਾਹਿਬ ਜੀ ਨੇ ਇਸੇ ਕਰਕੇ ਬੇਨਤੀ ਕੀਤੀ ਹੈ। ਕਹਿੰਦੇ ਨੇ ਮੈਂ ਦੇਖਿਆ ਕਿ ਜਿਹੜੇ ਮੂੰਹ 36 ਪ੍ਰਕਾਰ ਦੇ ਭੋਜਨ ਖਾਂਦੇ ਸਨ ਨਾ, ਜਿਨ੍ਹਾਂ ਮੂੰਹਾਂ ਦੇ ਵਿੱਚ, ਜਿਨ੍ਹਾਂ ਮੁੱਖਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਰਸਦਾਈ ਭੋਜਨ ਜਾਂਦੇ ਸਨ, ਮੈਂ ਉਸ ਮੂੰਹ ਨੂੰ ਲੱਕੜੀਆਂ ਦੇ ਵਿੱਚ, ਅੱਗ ਦੇ ਵਿੱਚ ਸੜਦਿਆਂ ਹੋਇਆ ਦੇਖਿਆ ਹੈ। ਜਿਹ ਮੁਖ ਪਾਂਚੋ ਅੰਮ੍ਰਿਤ ਖਾਏ, ਤਿਹ ਮੁਖ ਲੂਕਟ, ਲੂਕਟ ਕਹਿੰਦੇ ਨੇ ਅੱਗ ਨੂੰ, ਉਸ ਨੂੰ, ਉਸ ਮੂੰਹ ਨੂੰ ਮੈਂ ਉਹ ਜਿਹੜਾ ਦਿਨ ਰਾਤ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਂਦਾ ਸੀ, ਜਿਹਦੀ ਜ਼ੁਬਾਨ ਜਿਹੜੀ ਸੀ ਉਹ ਕਦੇ ਚਸਕਿਆਂ ਦੇ ਨਾਲ ਰੱਜਦੀ ਨਹੀਂ ਸੀ। ਮਹਾਰਾਜ ਦੇ ਬਚਨ ਨੇ ਨਾ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇਹ ਭੁੱਖ ਉਤਰਦੀ ਨਹੀਂ ਸੀ। ਕਦੀ ਕੋਈ ਭੋਜਨ, ਕਦੀ ਕੋਈ। ਅਸੀਂ ਆਪਣੇ ਜੀਵਨ ਵੱਲ ਝਾਤੀ ਮਾਰ ਕੇ ਦੇਖੀਏ ਨਾ। ਮੈਂ ਤੇ ਇੱਕ ਬੇਨਤੀ ਹਮੇਸ਼ਾ ਹੀ ਕਰਦਾ ਕਿ ਜਦੋਂ ਬਾਣੀ ਪੜ੍ਹਦੇ ਹੋ ਨਾ, ਉਸ ਬਾਣੀ ਦੇ ਨਾਲ ਆਪਣੇ ਜੀਵਨ ਨੂੰ ਜਿਹੜਾ ਹੈ ਉਹਦਾ ਮੁਤਾਲਿਆ ਕਰਿਆ ਕਰੋ, ਕੰਪੇਅਰ ਕਰਿਆ ਕਰੋ, ਕਿਉਂਕਿ ਇਹ ਬਾਣੀ ਜਿਹੜੀ ਸਾਡੀ ਜ਼ਿੰਦਗੀ ਦੇ ਨਾਲ ਸੰਬੰਧ ਰੱਖਦੀ ਹੈ। ਇਹਨੂੰ ਇਹ ਨਾ ਸਮਝੋ ਕਿ ਇਹ ਬਾਣੀ ਪਵਿੱਤਰ ਹੈ, ਅਸੀਂ ਆਖੀਏ ਜੀ ਪਵਿੱਤਰ ਹੈ, ਇਹ ਬਾਣੀ ਜਿਹੜੀ ਹੈ ਸਾਡੇ ਲਈ ਪੂਜਨੀਕ ਹੈ। ਠੀਕ ਹੈ, ਸਿੱਖ ਦੇ ਮਨ ਦੇ ਵਿੱਚ ਪਹਿਲੋਂ ਅਦਬ ਤੇ ਸਤਿਕਾਰ ਹੋਣਾ ਚਾਹੀਦਾ ਹੈ, ਪਰ ਅਸੀਂ ਕੇਵਲ ਅਦਬ ਤੇ ਸਤਿਕਾਰ ਤੱਕ
ਤੇ ਰੁਮਾਲਿਆਂ ਦੇ ਵਿੱਚ ਇਸ ਬਾਣੀ ਨੂੰ ਲਪੇਟ ਕੇ ਰੱਖ ਦਿੰਦੇ ਹਾਂ। ਗੁਟਕਾ ਘਰ ਦੇ ਵਿੱਚ ਹੈ, ਉਹਨੂੰ ਲਪੇਟਿਆ ਰੱਖ ਦਿੱਤਾ। ਕਿੱਥੇ ਪਿਆ ਹੈ, ਘਰ ਦੇ ਕਿਸ ਕੋਨੇ ਦੇ ਵਿੱਚ ਪਿਆ ਹੈ, ਮੁੜ ਕੇ ਸਾਨੂੰ ਨਹੀਂ ਪਤਾ। ਇੱਕ ਵਾਰ ਕਿਸੇ ਨੇ ਕਿਹਾ, ਪੜ੍ਹਿਆ, ਪਾਠ ਕੀਤਾ, ਚਲੋ ਜੀ ਕਦੇ ਕਦੇ ਉਹਨੂੰ ਖੋਲ ਕੇ ਦੇਖੀਏ। ਸਾਨੂੰ ਤੇ ਹੁਕਮ ਰੋਜ਼ ਹੈ ਕਿ ਉੱਠ ਕੇ ਸਿੱਖਾ ਤੂੰ ਪਹਿਲੋਂ ਇਸ਼ਨਾਨ ਕਰ, ਇਸ਼ਨਾਨ ਕਰਕੇ ਪ੍ਰਭੂ ਦਾ ਨਾਮ ਲੈ, ਉਸ ਇੱਕ ਪਰਮਾਤਮਾ ਦਾ ਧਿਆਨ ਧਰਦਾ ਹੋਇਆ ਉਹਦੀ ਬਾਣੀ ਪੜ੍ਹ, ਉਹਦਾ ਸ਼ਬਦ ਪੜ੍ਹ। ਸਿੱਖ ਨੂੰ ਹੁਕਮ ਹੈ। ਇਸ ਬਾਣੀ ਨੂੰ ਪੜ੍ਹ ਕੇ, ਇਸ ਬਾਣੀ ਨੂੰ ਵਿਚਾਰ ਕਰਕੇ, ਇਹ ਕੇਵਲ ਸੰਭਾਲਣ ਵਾਸਤੇ ਹੀ ਨਹੀਂ ਹੈ, ਇਹ ਸੰਭਾਲਣੀ ਕਾਹਦੇ ਵਾਸਤੇ ਹੈ ਇਹ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ। ਸੰਭਾਲਣੀ ਸਾਡੇ ਵਾਸਤੇ ਜ਼ਰੂਰੀ ਹੈ। ਸਤਿਗੁਰਾਂ ਨੇ ਸੰਭਾਲ ਕੀਤੀ ਹੈ। ਆਸਾ ਹੱਥ ਕਿਤਾਬ ਕਛ ਕੂਜਾ ਬਾਗ, ਮੁਸੱਲਾ ਧਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਜਾਂਦੇ ਨੇ ਉਹਨਾਂ ਦੇ ਕੋਲ ਕਿਤਾਬ ਹੈ, ਉਹ ਪੋਥੀ ਹੈ, ਜਿਸ ਨੂੰ ਭਾਈ ਗੁਰਦਾਸ ਜੀ ਨੇ ਇਹਨਾਂ ਸ਼ਬਦਾਂ ਦੇ ਨਾਲ ਕਿਹਾ ਹੈ। ਉਹਨੂੰ ਸੰਭਾਲਣ ਦੀ ਇਹਨੂੰ ਜਾਚ ਜਿਹੜੀ ਹੈ ਪਾਤਸ਼ਾਹ ਜੀ ਨੇ ਆਪ ਹੀ ਦੱਸੀ ਹੈ। ਔਰ ਆਪਣੀ ਬਾਣੀ ਵੀ ਤੇ ਜਿੱਥੇ ਜਿੱਥੇ ਮਹਾਨ ਭਗਤਾਂ ਦੇ ਅਸਥਾਨਾਂ ਤੇ ਗੁਰੂ ਨਾਨਕ ਦੇਵ ਮਹਾਰਾਜ ਗਏ ਨੇ, ਉਹਨਾਂ ਅਸਥਾਨਾਂ ਤੇ ਜਾ ਕੇ ਉਹ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੇ ਅਸਥਾਨ ਨੇ, ਉਹ ਭਗਤ ਰਾਮਾਨੰਦ ਜੀ ਦੀ ਅਸਥਾਨ ਨੇ, ਭਗਤ ਜੈਦੇਵ ਜੀ ਜੋ ਬੰਗਾਲ ਦੇ ਵਿੱਚ ਰਹਿਣ ਵਾਲੇ ਨੇ, ਉਹਨਾਂ ਦੇ ਅਸਥਾਨ ਹਨ। ਉਹਨਾਂ ਕੋਲ ਉੱਥੋਂ ਉਹਨਾਂ ਦੀ ਬਾਣੀ ਲੈ ਕਰਕੇ ਆਏ। ਮਹਾਰਾਸ਼ਟਰ ਦੇ ਵਿੱਚੋਂ ਭਗਤਾਂ ਦੀ ਬਾਣੀ, ਭਗਤ ਨਾਮਦੇਵ ਜੀ ਦੀ ਬਾਣੀ ਲੈ ਕਰਕੇ ਆਏ, ਭਗਤ ਧੰਨਾ ਜੀ ਦੀ ਬਾਣੀ ਲੈ ਕਰਕੇ ਆਏ ਨੇ। ਜਿੱਥੇ ਜਿੱਥੇ ਵੀ ਗਏ ਇਹ ਸੰਭਾਲੀ ਉਹਨਾਂ ਨੇ ਬਾਣੀ। ਕਾਹਦੇ ਵਾਸਤੇ ਸੰਭਾਲੀ ਹੈ, ਸਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ। ਇਹ ਸਾਡੇ ਵਾਸਤੇ ਸੰਭਾਲੀ। ਭਾਈ ਗੁਰਦਾਸ ਜੀ ਨੇ ਇੱਕ ਬੜੀ ਸੁੰਦਰ ਵਾਰ ਲਿਖੀ ਹੈ। ਉਹ ਕਹਿੰਦੇ ਨੇ ਇਹ ਪੋਥੀ ਬਾਂਧ ਕੇ ਜਿਹੜੀ ਸਾਡੇ ਅੱਗੇ ਰੱਖੀ ਹੈ ਨਾ, ਇਹ ਸਾਨੂੰ ਆਤਮਿਕ ਭੋਜਨ ਦਿੱਤਾ ਹੈ। ਇਹਨੂੰ ਖਾਣ ਵਾਸਤੇ, ਪਹੁੰਚਾਉਣ ਵਾਸਤੇ ਤੇ ਆਪਣੇ ਜੀਵਨ ਦੇ ਵਿੱਚ ਹੰਡਾਉਣ ਵਾਸਤੇ ਦਿੱਤਾ ਹੈ। ਕਿਸੇ ਘਰ ਦੇ ਵਿੱਚ ਹੀ ਝਾਤੀ ਮਾਰ ਲਈਏ, ਮਾਂ ਭੋਜਨ ਦਿੰਦੀ ਹੈ, ਥਾਲੀ ਦੇ ਵਿੱਚ ਪਰੋਸ ਕੇ ਰੱਖਦੀ ਹੈ, ਪੁੱਤਰ ਖਾ ਲੈ, ਧੀਏ ਖਾ ਲੈ। ਉਹ ਭੋਜਨ ਨੂੰ ਜਿਹੜਾ ਹੈ ਉਹ ਖਾਣ ਦਾ ਧਰਮ ਹੈ। ਧੀਆਂ ਪੁੱਤਰਾਂ ਦਾ ਧਰਮ ਹੈ ਕਿ ਉਸ ਭੋਜਨ ਨੂੰ, ਜਿਹੜਾ ਭੋਜਨ ਮਾਂ ਨੇ ਪਰੋਸ ਕੇ ਦਿੱਤਾ ਹੈ, ਉਹਨੂੰ ਖਾਵੇ। ਇਹ ਤੇ ਨਹੀਂ ਨਾ ਕਹਿੰਦੇ ਵੀ ਇਹਨੂੰ ਸੰਭਾਲ ਕੇ ਰੱਖ ਲਾ, ਉਹਨੂੰ ਖਾਣ ਵਾਸਤੇ ਦਿੱਤਾ। ਭਾਈ ਸਾਹਿਬ ਕਹਿੰਦੇ ਨੇ ਇਹ ਬਾਣੀ ਸਾਨੂੰ ਪੁੰਚਣ ਵਾਸਤੇ ਦਿੱਤੀ ਹੈ। ਇਹ ਐਵੇਂ ਨਹੀਂ ਸ਼ਲੋਕ ਅਖੀਰ ਦੇ ਵਿੱਚ ਲਿਖ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕਰਦਿਆਂ ਹੋਇਆਂ ਨਿਰਦੇਸ਼ ਹੈ, ਇਹ ਇਸ਼ਾਰਾ ਹੈ ਸਾਡੇ ਵੱਲ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਬਸ ਆਧਾਰੋ। ਜੇ ਕੋ ਖਾਵੇ ਜੇ ਕੋ ਪੁੰਚੈ, ਤਿਸਕਾ ਹੋਏ ਉਧਾਰੋ। ਇਹਨੂੰ ਜਿਹੜਾ ਖਾਵੇਗਾ, ਖਾ ਕੇ ਪੁੰਚੇ ਪਹੁੰਚਾਵੇਗਾ, ਉਹਦਾ ਉਧਾਰ ਹੋਣਾ ਹੈ, ਉਹਦੀ ਕਲਿਆਣ ਹੋਣੀ ਹੈ। ਖਾਲੀ ਖਾਣ ਦੇ ਨਾਲ ਵੀ ਗੱਲ ਖਤਮ ਨਹੀਂ ਹੋਣੀ, ਖਾ ਕੇ ਪਹੁੰਚਾਉਣਾ ਵੀ ਹੈ। ਖਾ ਕੇ ਪਹੁੰਚਾਉਣ ਦਾ ਮਤਲਬ ਹੈ ਜੋ ਸ਼ਬਦ, ਜੋ ਸਿੱਖਿਆ ਬਾਣੀ ਦੇ ਵਿੱਚ ਦਿੱਤੀ ਗਈ ਹੈ, ਇਹ ਸਾਡੇ ਵਿਵਹਾਰਿਕ ਜੀਵਨ ਦੇ ਵਿੱਚ ਆਉਣੀ ਚਾਹੀਦੀ ਹੈ। ਸਾਡੇ ਕਰਮਾਂ ਦੇ ਵਿੱਚੋਂ ਇਹ ਪ੍ਰਗਟ ਹੋਣੀ ਚਾਹੀਦੀ ਹੈ। ਜਿੱਦਣ ਬਾਣੀ ਸਾਡੇ ਕਰਮਾਂ ਦੇ ਵਿੱਚੋਂ ਪ੍ਰਗਟ ਹੋਣੀ ਸ਼ੁਰੂ ਹੋ ਗਈ ਨਾ, ਸਾਨੂੰ ਬੋਲ ਕੇ ਦੱਸਣ ਦੀ ਦੁਨੀਆ ਨੂੰ ਲੋੜ ਨਹੀਂ ਪਵੇਗੀ ਕਿ ਸਾਡੀ ਬਾਣੀ ਆਹ ਕਹਿੰਦੀ ਹੈ। ਸਾਡੇ ਕਰਮਾਂ ਜਿੰਨਾ ਅੱਜ ਸਿੱਖੀ ਦਾ ਪ੍ਰਚਾਰ ਹੈ, ਇਹ ਵਿਵਹਾਰਿਕ ਜੀਵਨ ਵਾਲਿਆਂ ਦੀ ਜ਼ਿੰਦਗੀ ਦਾ ਪ੍ਰਚਾਰ ਹੈ, ਉਹਨਾਂ ਦੇ ਜੀਵਨ ਦਾ। ਭਾਵੇਂ ਉਹ ਸਿੱਖ ਜਿਹੜਾ ਹੈ, ਮੈਂ ਤੇ ਅਕਸਰ ਬੇਨਤੀ ਕਰਿਆ ਕਰਦਾ, ਜਿੱਥੇ ਵੀ ਜਾਂਦਾ ਹੈ ਆਪਣੇ ਪਾਤਸ਼ਾਹ ਦੀ ਬਾਣੀ ਦੀ ਖੁਸ਼ਬੂ ਲੈ ਕਰਕੇ, ਜੋ ਸਿੱਖਿਆ ਹੈ ਉਹਨੂੰ ਜਿਨ੍ਹਾਂ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੈ, ਉਹ ਜਿੱਥੇ ਵੀ ਚਲਾ ਜਾਵੇ ਉਹ ਖੁਸ਼ਬੂ ਨਾਲ ਲੈ ਕੇ ਜਾਂਦਾ ਹੈ।
ਉਹ ਸਿਧਾਂਤ, ਉਹ ਵਿਚਾਰਧਾਰਾ, ਉਹ ਜਿਹੜੀ ਨਿਰਮਲ ਤੇ ਪਵਿੱਤਰ ਸੰਸਾਰ ਦੇ ਭਲੇ ਦੇ ਲਈ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਉਹ ਜਿੱਥੇ ਲੈ ਕੇ ਜਾਂਦਾ ਹੈ, ਜਿਹੜੇ ਸੁਹਿਰਦ ਤੇ ਸਿਆਣੇ ਲੋਕ ਨੇ ਉਹ ਦੇਖਦੇ ਨੇ ਇਹਦੇ ਕੋਲ ਬਹੁਤ ਕੁਝ ਹੈ। ਉਹ ਜੰਗਾਂ ਦੇ ਵਿੱਚ ਚਲਾ ਜਾਵੇ, ਯੁੱਧਾਂ ਦੇ ਵਿੱਚ ਚਲਾ ਜਾਵੇ, ਬਿਖਮ ਤੋਂ ਬਿਖਮ ਥਾਵਾਂ ਦੇ ਉੱਪਰ ਚਲਾ ਜਾਵੇ, ਉਹਨੂੰ ਪਛਾਣ ਲੈਂਦੀਆਂ ਨੇ ਅੱਖਾਂ। ਜਿੱਦਣ ਕਮਾਈ ਕਰਨੀ ਸ਼ੁਰੂ ਕਰ ਦਿਆਂਗੇ, ਆਪਣਾ ਵਿਵਹਾਰਿਕ ਜੀਵਨ ਇਦਾਂ ਜਿਉਣਾ ਸ਼ੁਰੂ ਕਰ ਦਿਆਂਗੇ, ਉਦਣ ਫਿਰ ਮਾਲਕ ਦੀ ਅਥਾਹ ਕਿਰਪਾ ਹੋਵੇਗੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਉੱਪਰ ਅਪਾਰ ਮਿਹਰ ਕਿਰਪਾ ਕੀਤੀ ਹੈ, ਸਾਨੂੰ ਬਹੁਤ ਵੱਡਾ ਖਜ਼ਾਨਾ ਇਹ ਬਾਣੀ ਦਾ ਬਖਸ਼ਿਸ਼ ਕੀਤਾ ਹੈ। ਇਸ ਬਾਣੀ ਦੇ ਖਜ਼ਾਨੇ ਨੂੰ ਫੋਲੀਏ, ਇਸ ਬਾਣੀ ਦੇ ਖਜ਼ਾਨੇ ਨੂੰ ਵੇਖੀਏ। ਮੈਂ ਇਹ ਬੇਨਤੀ ਕਰ ਰਿਹਾ ਸੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਸ਼ਲੋਕ ਹੈ। ਸਾਹਿਬ ਸੱਚੇ ਪਾਤਸ਼ਾਹ ਸੰਸਾਰ ਦੀ ਇੱਕ ਸਿਆਣੇ ਵੈਦ ਦੀ ਤਰ੍ਹਾਂ, ਜਿਸ ਤਰ੍ਹਾਂ ਇੱਕ ਸਿਆਣਾ ਵੈਦ ਕੀ ਕਰਦਾ ਹੈ, ਮਹਾਰਾਜ ਦੀ ਬਾਣੀ ਪੜ੍ਹੀਏ ਤੇ ਸਿਆਣਾ ਵੈਦ ਕੀ ਕਰਦਾ ਹੈ, ਉਹਨੂੰ ਕੋਈ ਕਵੇ ਨਾ ਕਿ ਫਲਾਣੇ ਘਰ ਜਾਇਓ ਜੀ, ਉੱਥੇ ਫਲਾਣਾ ਬੰਦਾ ਬਿਮਾਰ ਹੈ, ਕੋਈ ਘਰ ਵਾਲਾ ਬੁਲਾਉਂਦਾ ਹੈ, ਉਹ ਜਾ ਕਰਕੇ ਬਿਮਾਰ ਨੂੰ ਦਵਾਈ ਕਰਕੇ ਨਹੀਂ ਫੜਾ ਦਿੰਦਾ, ਉਹ ਪਹਿਲਾਂ ਨਬਜ਼ ਪਕੜਦਾ ਹੈ। ਨਬਜ਼ ਪਕੜ ਕਰਕੇ ਤੇ ਫਿਰ ਉਹ ਦੇਖਦਾ ਹੈ ਇਹਨੂੰ ਬਿਮਾਰੀ ਕੀ ਹੈ। ਬਿਮਾਰੀ ਨੂੰ ਪਕੜ ਕਰਕੇ, ਬਿਮਾਰੀ ਨੂੰ ਟਟੋਲ ਕੇ, ਦੇਖ ਕਰਕੇ, ਨਬਜ਼ ਟਟੋਲਣ ਤੋਂ ਬਾਅਦ ਫਿਰ ਉਹ ਦਵਾਈ ਬਣਾ ਕੇ ਦਿੰਦਾ ਹੈ, ਫਿਰ ਉਹ ਦਵਾਈ ਦਿੰਦਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਅਸੀਂ 550 ਸਾਲਾ ਸੱਚੇ ਪਾਤਸ਼ਾਹ ਜੀ ਦਾ ਅਰਧ ਸ਼ਤਾਬਦੀ ਦਾ ਇਹ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਉਹ ਕਹਿੰਦੇ ਨੇ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜ ਗੁਰੂ ਆਂਧੇਰ ਹੈ ਕਰਦੀ ਸੁਣੀ ਲੁਕਾਈ। ਬਾਬਾ ਦੇਖੇ ਧਿਆਨ ਧਰ, ਬਾਬਾ ਦੇਖਦਾ ਹੈ, ਸਾਰੀ ਪ੍ਰਿਥਵੀ ਜਲ ਰਹੀ ਹੈ, ਸਾਰੀ ਪ੍ਰਿਥਵੀ ਦੇ ਜੀਵ ਦੁਖੀ ਨੇ, ਇੱਕ ਨਹੀਂ ਸਾਰੇ ਜੀਵ ਦੁਖੀ ਨੇ। ਤੇ ਉਹਨਾਂ ਦੁਖੀਆਂ ਦੀ ਸ਼੍ਰੇਣੀ ਜਿਹੜੀ ਹੈ, ਅਸੀਂ ਬਾਣੀ ਪੜਾਂਗੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਤੇ ਉਹਦੇ ਵਿੱਚੋਂ ਸਾਨੂੰ ਪਤਾ ਲੱਗ ਜਾਵੇਗਾ ਕੌਣ ਕੌਣ ਦੁਖੀ ਨੇ। ਤੇ ਅੱਜ ਤੋਂ ਪਹਿਲੋਂ ਜਿਹੜੇ ਆਪਣੇ ਸਮੇਂ ਦੇ ਵੱਡੇ ਨਾਇਕ ਹੋ ਗਏ, ਉਹਨਾਂ ਨੂੰ ਕੀ ਦੁੱਖ ਸੀ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਦੁੱਖਾਂ ਦੇ ਵਿੱਚ ਸੜਦੀ ਹੋਈ ਪ੍ਰਿਥਵੀ ਜਿਹੜੀ ਹੈ ਨਜ਼ਰ ਆਉਂਦੀ ਹੈ। ਸਿਆਣੇ ਵੈਦ ਦੀ ਤਰ੍ਹਾਂ ਪ੍ਰਿਥਵੀ ਦੀ ਜੀਵਾਂ ਦੀ ਨਬਜ਼ ਪਕੜ ਕਰਕੇ ਸੰਸਾਰ ਦੇ ਮਨੁੱਖਾਂ ਨੂੰ ਕਾਹਦਾ ਦੁੱਖ ਹੈ, ਕੀ ਦੁੱਖ ਹੈ, ਕਿਹੜੇ ਦੁੱਖ ਦੇ ਵਿੱਚ ਇਹ ਹਨ। ਪਾਤਸ਼ਾਹ ਵੇਖਦੇ ਨੇ, ਵੈਦਾ ਵੈਦ ਸੁਵੈਦ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿਤ ਵੰਜੇ ਰੋਗਾ ਕਾਣ। ਇਹੋ ਜਿਹਾ ਦਾਰੂ ਕਰ, हे ਵੈਦ ਤੂੰ ਸਵੈਦ ਤਾਂ ਹੀ ਹੈ, ਅੱਛਾ ਵੈਦ ਤਾਂ ਹੀ ਹੈ, ਜੇ ਤੂੰ ਪਹਿਲਾਂ ਨਬਜ਼ ਟਟੋਲ ਕੇ ਪਕੜ ਕੇ ਵੇਖ ਲਵੇਂ ਕਿ ਬਿਮਾਰੀ ਕੀ ਹੈ। ਮਹਾਰਾਜ ਨੇ ਵੇਖਿਆ ਇੱਥੇ ਮਜ਼ਹਬਾਂ ਦੇ ਝਗੜੇ ਨੇ, ਇੱਥੇ ਜਾਤ ਪਾਤ ਛੂਆ ਛਾਤ ਦੇ ਨਾਮ ਦੇ ਉੱਪਰ ਮਨੁੱਖਾਂ ਦੇ ਨਾਲ ਨਫ਼ਰਤ ਕੀਤੀ ਜਾਂਦੀ ਹੈ। ਉਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਜਿਹੜੇ ਜੀਵ ਹਨ, ਇੱਕ ਬੰਦਾ ਜਿਹੜਾ, ਇੱਕ ਸ਼੍ਰੇਣੀ ਜਿਹੜੀ ਹੈ, ਉਹਦੇ ਪੈਦਾ ਕੀਤੇ ਹੋਏ ਜਿਹੜੇ ਆਪਣੇ ਭਰਾ ਹਨ, ਉਹਨਾਂ ਨੂੰ ਤੇ ਉਹ ਉੱਚਾ ਕਹਿੰਦਾ ਹੈ, ਪਵਿੱਤਰ ਕਹਿੰਦਾ ਹੈ, ਤੇ ਜਿਹੜੇ ਦੂਜੇ ਹਨ ਜਿਨ੍ਹਾਂ ਨੂੰ ਉਹ ਸ਼ੂਦਰ ਕਹਿੰਦਾ ਹੈ, ਉਹਨਾਂ ਨੂੰ ਸ਼ੂਦਰ ਕਹਿ ਕਹਿ ਕੇ ਨਫ਼ਰਤ ਕਰਦਾ ਹੈ, ਉਹਨਾਂ ਨੂੰ ਨੀਚ ਜਾਤ, ਨੀਵੀਂ ਜਾਤ ਵਾਲੇ ਕਹਿ ਕਰਕੇ ਨਫ਼ਰਤ ਕਰਦਾ ਹੈ। ਸਾਰਾ ਕੁਝ ਵੇਖਦੇ ਨੇ, ਮਜ਼ਹਬੀ ਰੰਗਤ ਦੇ ਵਿੱਚ ਕਤਲੋ ਗਾਰਤ ਵੇਖਦੇ ਨੇ, ਇੱਕ ਦੂਜੇ ਦੇ ਖੂਨ ਦੇ ਪਿਆਸੇ ਦੇਖਦੇ ਨੇ, ਧਨ ਜੋਬਨ ਪ੍ਰਭਤਾ ਦੇ ਮੱਧ ਦੇ ਵਿੱਚ ਦੁਖੀ ਜੀਵਾਂ ਨੂੰ ਦੇਖਦੇ ਨੇ, ਹੰਕਾਰ ਦੇ ਵਿੱਚ ਧਨ ਵਾਸਤੇ, ਜ਼ਮੀਨ ਵਾਸਤੇ, ਜਾਇਦਾਦ ਵਾਸਤੇ ਭਰਾਵਾਂ ਨੂੰ ਭਰਾਵਾਂ ਦੇ ਕਤਲ ਕਰਦਿਆਂ ਦੇਖਦੇ ਨੇ। ਮਾਵਾਂ ਪੁੱਤਾਂ ਦੇ ਝਗੜੇ, ਪਿਓ ਪੁੱਤਾਂ ਦੇ ਝਗੜੇ, ਪਰਿਵਾਰਾਂ ਦੇ ਝਗੜੇ, ਪਤਾ ਨਹੀਂ ਕਿਤਨੇ ਕੁ ਦੁੱਖ ਇਸ ਸੰਸਾਰ ਦੇ ਵਿੱਚ ਸਤਿਗੁਰੂ ਦੇਖਦੇ ਹਨ।
ਉਹਨਾਂ ਦੀ ਨਬਜ਼ ਪਕੜ ਕਰਕੇ ਇਹਨਾਂ ਸਾਰਿਆਂ ਦੁੱਖਾਂ ਨੂੰ ਫਿਰ ਦੂਰ ਕਰਨ ਦਾ ਤਹਈਆ ਕਰਦੇ ਨੇ। ਭਾਈ ਸਾਹਿਬ ਜੀ ਨੇ ਇਸੇ ਵਾਰ ਦੇ ਵਿੱਚ ਲਿਖਿਆ ਹੈ, ਮੈਂ ਵਿਸਥਾਰ ਵਿੱਚ ਨਾ ਜਾਵਾਂ। ਜਿਤਨੇ ਸੰਸਾਰ ਦੇ ਅੰਦਰ ਦੁੱਖ ਹਨ, ਕਸ਼ਟ ਹਨ, ਧਰਮਾਂ ਮਜ਼ਹਬਾਂ ਦੇ ਨਾਮ ਦੇ ਉੱਪਰ ਖਿੱਚੋ ਤਾਣ, ਭਾਈ ਸਾਹਿਬ ਜੀ ਨੇ ਲਿਖਿਆ ਹੈ ਕਿ ਵਰਨਾ ਵਰਣ ਨਾ ਭਾਵਈ, ਖਹਿ ਖਹਿ ਬਾਸ ਜਲਨ ਅੰਗਿਆਰਾ। ਜਿੱਦਾਂ ਬਾਂਸ ਜਿਹੜੇ ਨੇ ਨਾ ਜੰਗਲ ਦੇ ਵਿੱਚ, ਉਹ ਆਪਸ ਦੇ ਵਿੱਚ ਰਗੜ ਰਗੜ ਕੇ ਆਪਣੇ ਅੰਦਰੋਂ ਅੱਗ ਪੈਦਾ ਕਰਕੇ ਸਾਰੇ ਜੰਗਲ ਨੂੰ ਨੇਸਤੋ ਨਾਬੂਦ ਕਰ ਦਿੰਦੇ ਨੇ। ਕਈ ਵਾਰ ਜੰਗਲਾਂ ਦੀ ਅੱਗ ਤੁਸੀਂ ਦੇਖੀ ਹੋਣੀ ਹੈ, ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ, ਉਹਨਾਂ ਨੂੰ ਕੋਈ ਬਾਹਰੋਂ ਅੱਗ ਨਹੀਂ ਲਾਉਂਦਾ। ਉਹ ਜੰਗਲ ਦੀ ਅੱਗ ਜਿਹੜੀ ਹੈ, ਜੰਗਲ ਦੇ ਵਿੱਚ ਹੀ ਜਿਹੜੇ ਬਾਂਸ ਹੁੰਦੇ ਨੇ ਨਾ, ਉਹ ਜਦੋਂ ਹਵਾ ਚੱਲਦੀ ਹੈ ਤੇ ਉਹ ਬਾਂਸ ਆਪਸ ਦੇ ਵਿੱਚ ਹਵਾ ਦੇ ਨਾਲ ਰਗੜਦੇ ਨੇ, ਤੇ ਉਹਨਾਂ ਦੀ ਰਗੜ ਦੇ ਨਾਲ ਉਹਨਾਂ ਦੇ ਵਿੱਚੋਂ ਹੀ ਅੱਗ ਪੈਦਾ ਹੁੰਦੀ ਹੈ, ਤੇ ਆਪਣੀ ਹੀ ਅੱਗ ਦੇ ਨਾਲ ਆਪ ਵੀ ਸੜਦੇ ਨੇ, ਤੇ ਬਾਕੀ ਜੰਗਲ ਦੇ ਜਿਹੜੇ ਪੌਦੇ ਬਨਸਪਤੀ ਬੂਟੇ ਨੇ, ਉਹਨਾਂ ਜੀਵਾਂ ਜੰਤੂਆਂ ਸਾਰਿਆਂ ਨੂੰ ਸਾੜ ਕੇ ਸਵਾਹ ਕਰ ਦਿੰਦੇ ਨੇ। ਕੁਛ ਇਦਾਂ ਦੇ ਸੰਸਾਰ ਦੇ ਅੰਦਰ ਭਾਈ ਸਾਹਿਬ ਕਹਿੰਦੇ ਲੋਕ ਨੇ ਬਾਂਸ ਦੀ ਤਰ੍ਹਾਂ, ਜਿਹੜੇ ਬਾਂਸ ਨੂੰ ਹੰਕਾਰ ਦੇ ਨਾਲ ਤਸ਼ਬੀਹ ਦਿੱਤੀ ਹੈ। ਬਾਂਸ ਦੀ ਤਰ੍ਹਾਂ ਹੰਕਾਰੀ ਇਹ ਕਿਸੇ ਵੀ ਥਾਂ ਦੇ ਉੱਪਰ, ਚਾਹੇ ਉਹ ਰਾਜਨੀਤਿਕ ਬੰਦਾ ਹੋਵੇ, ਚਾਹੇ ਉਹ ਧਾਰਮਿਕ ਬੰਦਾ ਅਖਵਾਉਂਦਾ ਹੋਵੇ, ਰੂਪ ਉਹਦਾ ਜਿਹੜਾ ਹੈ ਬਾਹਰੀ, ਕਿਉਂਕਿ ਰੂਪ ਜਿਹੜਾ ਹੈ ਬਹੁਤਾ ਪ੍ਰਚਲਿਤ ਹੈ। ਮਜ਼ਹਬਾਂ ਦੇ ਧਰਮਾਂ ਦੇ ਰੂਪ ਜਿਹੜੇ ਨੇ, ਉਹਨਾਂ ਦੇ ਨਿਸ਼ਾਨ ਜਿਹੜੇ ਨੇ ਉਹ ਪ੍ਰਚਲਿਤ ਨੇ, ਉਹਨਾਂ ਦੇ ਵਿੱਚੋਂ ਵਿਚਲਾ ਜਿਹੜਾ ਤੱਤ ਹੈ ਉਹ ਬਹੁਤਾ ਨਹੀਂ ਦੇਖਣ ਦੇ ਵਿੱਚ ਆਉਂਦਾ। ਐਵੇਂ ਨਹੀਂ ਮਹਾਰਾਜ ਨੇ ਰੂਪ ਦਾ ਤੇ ਭੇਖ ਦਾ ਵਿਰੋਧ ਕੀਤਾ। ਪੰਡਤ ਨੇ ਪਾਇਆ ਹੈ ਜਨੇਊ, ਪੰਡਤ ਦੇ ਹੱਥ ਦੇ ਵਿੱਚ ਮਾਲਾ ਹੈ, ਧੋਤੀ ਲੱਗੀ ਹੈ, ਧਾਰਮਿਕ ਪੁਸ਼ਾਕ ਹੈ, ਮੱਥੇ ਦੇ ਉੱਪਰ ਤਿਲਕ ਹੈ, ਪਰ ਪਾਤਸ਼ਾਹ ਕਹਿੰਦੇ ਨੇ ਹੱਥ ਛੁਰੀ ਜਗਤ ਕਸਾਈ। ਪਾਤਸ਼ਾਹ ਕਹਿੰਦੇ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਾਜੀ ਕੂੜ ਬੋਲ ਮਲ ਖਾਏ। ਜਿਹਦੇ ਹੱਥ ਵਿੱਚ ਇਨਸਾਫ ਹੈ, ਉਹ ਇਨਸਾਫ ਕਰਨ ਦੀ ਥਾਂ ਦੇ ਉੱਪਰ ਕਾਜੀ ਹੋਏ, ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ, ਉਹ ਵੱਡੀ ਲੈਂਦਾ ਹੈ, ਰਿਸ਼ਵਤ ਲੈਂਦਾ ਹੈ। ਤੇ ਜਿਹਦੇ ਹੱਕ ਦੇ ਵਿੱਚ ਫੈਸਲਾ ਹੋਣਾ ਹੁੰਦਾ ਹੈ, ਕਰਨਾ ਹੁੰਦਾ ਹੈ, ਉਸ ਦੀ ਥਾਂ ਦੇ ਉੱਪਰ ਜਿਹਦੇ ਕੋਲੋਂ ਪੈਸੇ ਲਏ ਹੁੰਦੇ ਨੇ, ਰਿਸ਼ਵਤ ਲਈ ਹੁੰਦੀ ਹੈ, ਉਹਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੰਦਾ ਹੈ। ਜਸਟਿਸ ਨਹੀਂ ਕਰ ਰਿਹਾ ਦੁਨੀਆ ਦੇ ਅੰਦਰ। ਮੈਂ ਇੱਕ ਬੇਨਤੀ ਕਰ ਦੇਵਾਂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਸਟਿਸ ਦੀ, ਇਨਸਾਫ ਦੀ ਗੱਲ ਕੀਤੀ ਹੈ। ਜਿੱਦਣ ਦੁਨੀਆ ਦੇ ਵਿੱਚ ਆ ਸੰਸਾਰੀ ਜਿਹੜੇ ਜੱਜ ਨੇ, ਸੰਸਾਰੀ ਅਦਾਲਤਾਂ ਜਿਹੜੀਆਂ ਨੇ, ਕਿਉਂਕਿ ਉਸ ਮਾਲਕ ਦੀ ਅਦਾਲਤ ਦੇ ਵਿੱਚ ਤੇ ਨਿਆਂ ਹੁੰਦਾ ਹੈ, ਇਨਸਾਫ ਹੁੰਦਾ ਹੈ, ਉਸ ਮਾਲਕ ਦੀ ਅਦਾਲਤ ਦੇ ਵੱਲ ਦੇਖ ਕਰਕੇ ਜਿੱਦਣ ਇਹਨਾਂ ਸੰਸਾਰੀ ਜੱਜਾਂ ਨੇ, ਸੰਸਾਰੀ ਦੁਨਿਆਵੀ ਜਸਟਿਸ ਕਰਨ ਵਾਲੇ ਜਿਹੜੇ ਨੇ, ਜਿੱਦਣ ਉਹਨਾਂ ਨੂੰ ਅਕਲ ਆ ਗਈ, ਜਿੱਦਣ ਉਹਨਾਂ ਨੇ ਸਿੱਖ ਲਿਆ, ਦੁਨੀਆ ਦੇ ਅੰਦਰੋਂ ਕਤਲੋ ਗਾਰਤ ਵੀ ਖਤਮ ਹੋ ਜਾਵੇਗੀ, ਦੁਨੀਆ ਦੇ ਅੰਦਰੋਂ ਨਫ਼ਰਤ ਵੀ ਖਤਮ ਹੋ ਜਾਵੇਗੀ, ਅਮਨ, ਸ਼ਾਂਤੀ, ਭਾਈਚਾਰਾ ਤੇ ਪ੍ਰੇਮ ਸੰਸਾਰ ਦੇ ਅੰਦਰ ਹੋਵੇਗਾ। ਜਦੋਂ ਇਨਸਾਫ ਨਹੀਂ ਨੇ ਕਰਦੇ ਇਨਸਾਫ ਦੀ ਕੁਰਸੀ ਤੇ ਬਹਿਣ ਵਾਲੇ, ਉਦੋਂ ਅਮਨ ਨੂੰ ਅੱਗ ਲੱਗਦੀ ਹੈ, ਉਦੋਂ ਅਮਨ ਤੇ ਸ਼ਾਂਤੀ ਭੰਗ ਹੁੰਦੀ ਹੈ। ਅਸੀਂ ਦੇਖਿਆ ਆ ਜਿਹੜੇ ਦਿਨ ਨੇ, ਕੱਲ ਦਾ ਦਿਨ, ਅੱਜ ਦਾ ਦਿਨ, ਆ 2-3 ਦਿਨ ਲਗਾਤਾਰ ਇਸ ਭਾਰਤ ਦੇਸ਼ ਦੀ ਅਦਾਲਤ ਜਿਹੜੀ ਸੀ ਸੁਪਰੀਮ ਕੋਰਟ, ਉਹ ਬੰਦ ਰਹੀ। ਸੜਕਾਂ ਦੇ ਉੱਪਰ, ਗਲੀਆਂ ਦੇ ਉੱਪਰ ਨਿਰਦੋਸ਼ ਤੇ ਬੇਕਸੂਰ ਸਿੱਖ ਜਿਹੜੇ ਸਨ, ਉਹਨਾਂ ਨੂੰ ਇੱਕ ਫਿਰਕੇ ਦੇ ਲੋਕ ਜਿਹੜੇ ਸਨ ਉਹ ਕਤਲ ਕਰਦੇ ਰਹੇ। ਗਲਾਂ ਦੇ ਵਿੱਚ ਟਾਇਰ ਪਾ ਪਾ ਕਰਕੇ ਉਹਨਾਂ ਦੀਆਂ ਧੀਆਂ, ਸਾਡੇ ਪੁੱਤਾਂ ਦੀਆਂ ਬੇਪਤੀਆਂ ਕਰਦੇ ਰਹੇ। ਸਿੱਖ ਕੌਮ ਦੀ ਨਸਲ ਕੁਸ਼ੀ ਕਰਨ ਦੇ ਵਿੱਚ ਕੋਈ ਕਸਰ ਨਾ ਛੱਡੀ, ਤੇ ਜਿਨਨੇ ਇਨਸਾਫ ਕਰਨਾ ਸੀ, ਜਿਨਨੇ ਨਿਆਂ ਕਰਨਾ ਸੀ, ਉਹ ਅੱਖਾਂ ਬੰਦ ਕਰਕੇ, ਦਰਵਾਜ਼ੇ ਬੰਦ ਕਰਕੇ ਅਦਾਲਤ ਦੇ ਬੈਠੇ ਰਹੇ।
ਬਾਕੀਆਂ ਥਾਵਾਂ ਦੇ ਉੱਪਰ ਕਿਤੇ ਵੀ ਹੋਵੇ ਸਪੈਸ਼ਲ ਅਦਾਲਤਾਂ ਲੱਗ ਜਾਂਦੀਆਂ ਨੇ, ਪਰ ਜਦੋਂ ਇਹੋ ਜੀ ਕਤਲੋ ਗਾਰਤ ਹੋ ਰਹੀ ਸੀ, ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਹਕੂਮਤ ਦੇ ਵੱਲੋਂ ਕੀਤੀ ਜਾ ਰਹੀ ਸੀ, ਉਦੋਂ ਅਦਾਲਤਾਂ ਵੀ ਬੰਦ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਅਦਾਲਤਾਂ ਦੇ ਦਰਵਾਜ਼ੇ ਨਹੀਂ ਕਦੇ ਖੁੱਲੇ ਕੌਮ ਵਾਸਤੇ, ਸਿੱਖ ਕੌਮ ਵਾਸਤੇ। ਸਾਨੂੰ ਆਪ ਹੀ ਜਿਹੜਾ ਹੈ ਆਪਣੀ ਕੌਮ ਦੇ ਪ੍ਰਤੀ ਅਵੇਅਰ ਹੋਣਾ ਪਵੇਗਾ। ਆਪਣੇ ਬੱਚਿਆਂ ਨੂੰ ਪੜ੍ਹਾਈਏ ਲਿਖਾਈਏ, ਗੁਰਸਿੱਖੀ ਬਾਣੀ ਦੇ ਨਾਲ ਜੋੜੀਏ, ਸ਼ਬਦ ਦੇ ਨਾਲ ਜੋੜੀਏ, ਤਾਂ ਕਿ ਉਹ ਅੰਦਰੋਂ ਬਾਹਰੋਂ ਜਿਹੜੇ ਨੇ ਉਹ ਅਡੋਲ ਹੋ ਸਕਣ। ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਰ ਨੂੰ ਜਾਬਰ ਐਵੇਂ ਨਹੀਂ ਸੀ ਕਿਹਾ। ਇੱਥੋਂ ਦੇ ਲੋਕਾਂ ਦੇ ਉੱਪਰ, ਇੱਥੇ ਮੁਸਲਮਾਨ ਵੀ ਰਹਿੰਦੇ ਸਨ, ਹਿੰਦੂ ਵੀ ਰਹਿੰਦੇ ਸਨ, ਬੇਸ਼ੱਕ ਉਹਨਾਂ ਦੇ ਆਪਸ ਦੇ ਵਿੱਚ ਝਗੜੇ ਸਨ। ਰਾਮ ਰਹੀਮ ਕਹਾਏ ਦੇ ਇੱਕ ਨਾਮ ਤੋਂ ਰਾਹ ਭੁਲਾਣੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਬਾਹਮਣ ਤੇ ਮੁੱਲੇ ਖੈ ਖੈ ਕੇ ਲੜ ਰਹੇ ਸਨ। ਜਿੱਦਾਂ ਭਾਈ ਸਾਹਿਬ ਨੇ ਕਿਹਾ ਨਾ, ਖੈ ਖੈ ਬਾਂਸ ਜਲਨ ਅੰਗਿਆਰਾ। ਇਹ ਹੰਕਾਰੀ, ਧਰਮ ਦੇ ਮਜ਼ਹਬ ਦੇ ਹੰਕਾਰੀ, ਜਿਨ੍ਹਾਂ ਨੂੰ ਆਪਣੇ ਮਜ਼ਹਬ ਦਾ ਹੰਕਾਰ, ਮੇਰੇ ਮਜ਼ਹਬ ਵਰਗਾ ਦੂਜਾ ਕੋਈ ਮਜ਼ਹਬ ਨਹੀਂ ਹੈ। ਹਿੰਦੂ ਕਹਿੰਦਾ ਮੇਰੇ ਮਜ਼ਹਬ ਵਰਗਾ ਕੋਈ ਨਹੀਂ ਹੈ, ਮੁਸਲਮਾਨ ਕਹਿੰਦਾ ਸੀ ਮੇਰੇ ਵਰਗਾ ਕੋਈ ਨਹੀਂ ਹੈ। ਮੈਂ ਸਾਰੇ ਸੰਸਾਰ ਨੂੰ ਜਿਹੜਾ ਹੈ ਉਹ ਆਪਣੇ ਮਜ਼ਹਬ ਦੇ ਵਿੱਚ ਲੈ ਆਉਣਾ ਹੈ, ਤੇ ਦੂਜਾ ਕਹਿੰਦਾ ਸੀ ਮੈਂ ਸਾਰੇ ਸੰਸਾਰ ਨੂੰ ਆਪਣੇ ਮਜ਼ਹਬ ਦੇ ਵਿੱਚ ਲੈ ਆਉਣਾ ਹੈ। ਮਹਾਰਾਜ ਵੇਖਦੇ ਨੇ ਇਹ ਦੁੱਖ, ਇਹ ਰੋਗ ਹੈ, ਇਹ ਬਿਮਾਰੀ ਹੈ। ਇਹ ਬਿਮਾਰੀਆਂ ਨੇ ਜਿਹੜੀ ਮਨੁੱਖਤਾ ਨੂੰ ਖਤਮ ਕਰਨ ਵਾਲੀਆਂ ਨੇ। ਇਹ ਬਾਣੀ ਦੇ ਵਿੱਚ ਐਵੇਂ ਨਹੀਂ ਕਿਹਾ ਮਹਾਰਾਜ ਜੀ ਨੇ ਵੀ ਮੇਰਾ ਵੈਦ, ਮੇਰਾ ਸਤਿਗੁਰੂ ਜਿਹੜਾ ਹੈ ਉਹ ਪੂਰਾ ਵੈਦ ਹੈ, ਉਹ ਸਾਰੇ ਹੀ ਰੋਗਾਂ ਨੂੰ ਖਤਮ ਕਰਨ ਵਾਲਾ ਹੈ। ਆਓ ਇਹਨਾਂ ਪੰਕਤੀਆਂ ਨੂੰ ਪੜ੍ਹੀਏ। ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ। ਹਰ ਹਰ ਨਾਮ ਔਖਦ ਮੁਖ ਦੇਵੈ, ਹਰ ਹਰ ਨਾਮ ਔਖਦ ਮੁਖ ਦੇਵੈ। ਕਾਟੇ ਜਮ ਕੀ ਫੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਕਾਟੇ ਜਮ ਕੀ। ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਵੈਦ ਗੁਰੂ। ਮੇਰੇ ਪਾਤਸ਼ਾਹ ਸੁਜਾਨ ਵੈਦ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀਆਂ ਬਿਮਾਰੀਆਂ ਸੰਸਾਰ ਦੀ ਨਬਜ਼ ਪਕੜ ਕੇ ਦੇਖ ਲਈਆਂ ਸਨ। ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜ ਗੁਰੂ ਅੰਧੇਰ ਹੈ ਕਰਦੀ ਸੁਣੀ ਲੁਕਾਈ, ਲੁਕਾਈ ਹੈ ਕਰ ਰਹੀ ਹੈ। ਧਰਮ ਦੇ ਆਗੂ ਜਿਹੜੇ ਨੇ, ਮੈਂ ਬੇਨਤੀ ਕਰ ਰਿਹਾ ਸੀ, ਕਾਦੀ ਕੂੜ ਬੋਲ ਮਲ ਖਾਏ, ਇਨਸਾਫ ਕਰਨ ਵਾਲਾ ਇਨਸਾਫ ਨਹੀਂ ਕਰ ਰਿਹਾ। ਬਾਹਮਣ ਨਾਵੇ ਜੀਆਂ ਘਾਏ, ਤੇ ਬ੍ਰਾਹਮਣ ਜਿਹੜਾ ਹੈ ਉਹ ਜੀਵਾਂ ਦੇ ਘਾਣ ਕਰਕੇ ਉਹਨਾਂ ਦੇ ਖੂਨ ਦੇ ਵਿੱਚ ਨਹਾ ਰਿਹਾ ਸੀ। ਕਰਮਾਂ ਕਾਂਡਾਂ ਦਾ ਬੋਝ ਉਹਨਾਂ ਦੇ ਮੋਢਿਆਂ ਦੇ ਉੱਪਰ ਪਾ ਕੇ, ਆਪਣਾ ਜੂਲਾ ਉਹਨਾਂ ਦੇ ਉੱਪਰ ਪਾ ਕੇ, ਮੇਰੇ ਤੋਂ ਬਿਨਾ ਤੇਰੀ ਕਲਿਆਣ ਨਹੀਂ ਹੈ। ਸਾਰੀ ਜ਼ਿੰਦਗੀ ਲੱਗ ਜਾਂਦੀ ਹੀ ਨਹੀਂ ਸੀ ਮਨੁੱਖ ਨੂੰ। ਜ਼ਿੰਦਗੀ ਤੇ ਛੱਡੋ, ਮਰਨ ਤੋਂ ਬਾਅਦ ਵੀ ਨਹੀਂ ਸੀ ਪਿੱਛਾ ਛੱਡਦਾ। ਮਹਾਰਾਜ ਨੇ ਕਿਹਾ ਬਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਤਿੰਨੋਂ ਹੀ ਉਜਾੜੇ ਦਾ ਬੰਦ ਨੂੰ ਜਿਹੜਾ ਸੀ ਉਹ ਬਣੀ ਬੈਠੇ ਸਨ, ਸੰਸਾਰ ਦੇ ਉਜਾੜੇ ਦਾ, ਸੰਸਾਰ ਦੇ ਦੁੱਖਾਂ ਦਾ ਕਾਰਨ ਬਣੀ ਬੈਠੇ ਸਨ। ਹੋਰ ਦੁੱਖ ਕੋਈ ਨਹੀਂ, ਇਹੀ ਦੁੱਖ। ਮੈਂ ਬੇਨਤੀ ਕਰਾਂ, ਵੈਸੇ ਤੇ ਅਸੀਂ ਸੰਸਾਰ ਦੇ ਵਿੱਚ ਕੋਈ ਸਰੀਰ ਦੇ ਦੁੱਖ, ਕਿਸੇ ਨੂੰ ਢਿੱਡ ਪੀੜ, ਕਿਸੇ ਨੂੰ ਸਿਰ ਪੀੜ, ਕਿਸੇ ਨੂੰ ਕੋਈ ਪੀੜ, ਆ ਬੜੀਆਂ ਬੜੀਆਂ ਬਿਮਾਰੀਆਂ, ਦੁੱਖ, ਕਲੇਸ਼ ਜਿਹੜੇ ਨੇ ਅਸੀਂ ਦੇਖਦੇ ਹਾਂ ਸੰਸਾਰ ਦੇ ਵਿੱਚ। ਪਰ ਜਿਹੜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਬਚਨ ਕਰ ਰਹੇ ਨੇ ਨਾ, ਕਹਿੰਦੇ ਨੇ ਦੁੱਖ ਵਿੱਚ ਜੰਮਣ ਦੁੱਖ ਮਰਨ। ਕਬੀਰ ਸਾਹਿਬ ਜੀ ਨੇ ਇਹਨਾਂ ਦੀ ਗੱਲ ਕੀਤੀ ਕਿ ਇਹ ਮਨੁੱਖ ਜਿਹੜਾ ਹੈ ਉਹ, ਜਦੋਂ ਮੈਂ ਦੇਖਦਾ ਹਾਂ ਕਿ ਜਿਹੜੇ ਮੂੰਹ ਦੇ ਵਿੱਚ ਉਹ 5 ਅੰਮ੍ਰਿਤ 36 ਪ੍ਰਕਾਰ ਦੇ ਭੋਜਨ ਖਾਂਦਾ ਹੈ, ਉਸ ਮੂੰਹ ਨੂੰ ਮੈਂ ਜਲਦਿਆਂ ਸੜਦਿਆਂ ਦੇਖ ਰਿਹਾ ਹਾਂ।
ਉਹਨੂੰ ਲੂਕਟ ਲੱਗੀ ਹੋਈ ਹੈ ਤੇ ਕਹਿੰਦੇ ਨੇ ਮੈਂ ਅਰਦਾਸ ਕਰਦਾ ਹਾਂ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਨਾ ਦਹੈ ਔਰ ਗਰਭ ਬਸੇਰਾ। ਅਗਨ ਨਾ ਦਹੈ, ਅਗਨ ਨਾ ਦਹੇ ਦਾ ਮਤਲਬ ਅੱਗ ਨਾ ਸਾੜੇ, ਔਰ ਗਰਭ ਬਸੇਰਾ, ਗਰਭ ਬਸੇਰਾ ਦਾ ਮਤਲਬ ਹੈ ਮਾਤਾ ਦੇ ਗਰਭ ਦੇ ਵਿੱਚ ਆਉਣਾ। ਭਾਵ ਜਨਮ ਅਤੇ ਮਰਨ ਇਹ ਦੋ ਵੱਡੇ ਦੁੱਖ ਨੇ, ਜਿਹਦੀ ਪਹਿਲਾਂ ਹੀ ਪਾਤਸ਼ਾਹ ਜੀ ਨੇ ਗੱਲ ਕੀਤੀ ਕਿ ਮਹਾਰਾਜ ਕਹਿੰਦੇ ਨੇ ਜਨਮ ਤੇ ਮਰਨ ਦੁੱਖ ਦੇ ਵਿੱਚ ਹੈ। ਪਾਤਸ਼ਾਹ ਨੇ, ਮੈਂ ਬੇਨਤੀ ਕਰਾਂ ਕਿ ਮਹਾਰਾਜ ਇਹ ਸਾਰਾ ਕੁਝ ਵੇਖ ਕਰਕੇ ਨਾ, ਇਹ ਸਾਰੀਆਂ ਬਿਮਾਰੀਆਂ ਵੇਖ ਕਰਕੇ ਸੰਸਾਰ ਦੀਆਂ, ਤੇ ਫਿਰ ਭਾਈ ਸਾਹਿਬ ਕਹਿੰਦੇ ਨੇ ਕਿ ਚੜਿਆ ਸੋਧਣ ਧਰਤ ਲੁਕਾਈ। ਫਿਰ ਇਹਨਾਂ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਥਾਂ ਥਾਂ ਦੇ ਉੱਪਰ ਜਾਂਦੇ ਨੇ। ਜਿਵੇਂ ਡਾਕਟਰ ਘਰ ਵੀ ਚਲੇ ਜਾਂਦੇ ਨੇ ਨਾ, ਵੈਦ ਸਰੀਰਕ ਬਿਮਾਰੀ ਨੂੰ ਦੂਰ ਕਰਨ ਵਾਸਤੇ, ਇਹਨਾਂ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਘਰ ਘਰ ਟੁਰ ਪਏ। ਜਿੰਨਾ ਪੈਂਡਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਦੀ ਕਲਿਆਣਤਾ ਲਈ, ਜੀਵਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਕੀਤਾ ਹੈ, ਸ਼ਾਇਦ ਸੰਸਾਰ ਦੇ ਮਜ਼ਹਬਾਂ ਦੇ ਵਿੱਚ ਕਿਸੇ ਪੈਗੰਬਰ ਨੇ, ਕਿਸੇ ਵੀ ਧਾਰਮਿਕ ਆਗੂ ਨੇ ਇੰਨੀ ਯਾਤਰਾ ਨਹੀਂ ਕੀਤੀ, ਇੰਨਾ ਪੈਂਡਾ ਨਹੀਂ ਕੀਤਾ, ਇੰਨੇ ਪੈਦਲ ਨਹੀਂ ਚੱਲੇ। ਇਸੇ ਕਰਕੇ ਤੇ ਭਾਈ ਸਾਹਿਬ ਜੀ ਨੇ ਕਿਹਾ ਕਿ ਬੜੀ ਵੱਡੀ ਤਪੱਸਿਆ ਹੈ ਮੇਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਬਹੁਤ ਵੱਡੀ ਘਾਲਣਾ ਹੈ, ਬਹੁਤ ਵੱਡੀ ਘਾਲਣਾ ਘਾਲੀ ਹੈ। ਬਾਬਾ ਜੀ ਨੇ ਕਹਿੰਦੇ ਨੇ ਕਿ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਨ ਆਈ, ਬਾਬਾ ਪੈਂਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਉੱਥੇ ਰੋੜਾਂ ਦੀ ਵਿਛਾਈ ਵੀ ਕਰਨੀ ਪਈ ਹੈ। ਅਸੀਂ ਤੇ ਇਹ ਕਹਿੰਦੇ ਆ ਨਾ, ਸੁਣਾਉਂਦੇ ਆ, ਸ਼ਾਇਦ ਇਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਬਹੁਤ ਹੀ ਵੱਡੀ ਸ਼ਾਨ ਹੈ, ਬਹੁਤ ਹੀ ਵੱਡੀ ਗੱਲ ਹੈ ਕਿ ਬਾਬਾ ਜੀ ਨੇ ਅੱਖਾਂ ਬੰਦ ਕੀਤੀਆਂ ਤੇ ਸਮੁੰਦਰ ਤੋਂ ਪਾਰ ਪਹੁੰਚ ਗਏ। ਬਾਬਾ ਜੀ ਨੇ ਅੱਖਾਂ ਬੰਦ ਕੀਤੀਆਂ, ਸਾਖੀਕਾਰਾਂ ਨੇ ਸਾਖੀਆਂ 'ਚ ਲਿਖਿਆ ਕਿ ਉਹਨਾਂ ਨੇ ਅੱਖਾਂ ਬੰਦ ਕੀਤੀਆਂ। ਭਾਈ ਮਰਦਾਨਾ ਜੀ ਨੂੰ ਆਖਿਆ, ਬਾਰ-ਬਾਰ ਇਹ ਸਾਖੀਕਾਰ ਇਹਨਾਂ ਗੱਲਾਂ ਨੂੰ ਦੁਹਰਾਉਂਦੇ ਨੇ, ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉਹਨਾਂ ਦੀ ਬਾਣੀ ਦੇ ਵਿੱਚ ਜੇ ਤੁਸੀਂ ਬਚਨ ਪੜੋ ਤੇ ਉਹ ਕਹਿੰਦੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਰਜ਼ਾ ਦੇ ਮਾਲਕ ਦੀ ਰਜ਼ਾ ਦੇ ਵਿੱਚ ਚੱਲਣ ਦਾ ਸਾਨੂੰ ਹੁਕਮ ਕਰਦੇ ਨੇ ਵੀ ਉਹਦੇ ਭਾਣੇ ਦੇ ਵਿੱਚ ਚੱਲੋ, ਉਹਦੀ ਆਗਿਆ ਦੇ ਵਿੱਚ ਚੱਲੋ। ਤੇ ਅਸੀਂ ਕਹਿੰਦੇ ਆ ਅੱਖਾਂ ਬੰਦ ਕੀਤੀਆਂ। ਇਹ ਵਡਿਆਈ ਨਹੀਂ ਜੀ ਅੱਖਾਂ ਬੰਦ ਕਰਕੇ 1 ਮਿੰਟ ਤੇ ਸਕਿੰਟ ਦੇ ਵਿੱਚ ਜਾਣ ਵਾਲੀ, ਵਡਿਆਈ ਹੈ ਰੋੜਾਂ ਦੀ ਗੁਰ ਕਰੀ ਵਿਛਾਈ। ਉਸ ਸਮੇਂ ਦੇ ਵਿੱਚ, ਜਿਸ ਸਮੇਂ ਦੇ ਵਿੱਚ ਸਾਧਨ ਕੋਈ ਨਾ ਹੋਵੇ, ਜਿਸ ਸਮੇਂ ਦੇ ਵਿੱਚ ਅੱਜ ਦੀ ਤਰ੍ਹਾਂ ਕੋਈ ਇਸ ਤਰ੍ਹਾਂ ਦੇ ਸਾਧਨ ਨਾ ਹੋਣ, ਉਸ ਸਮੇਂ ਦੇ ਵਿੱਚ 4 ਉਦਾਸੀਆਂ, ਬਲਕਿ ਕੁਝ ਇਤਿਹਾਸਕਾਰਾਂ ਨੇ 5 ਤੱਕ ਵੀ ਗੱਲ ਕੀਤੀ ਹੈ। ਪੂਰੇ ਦੁਨੀਆ ਦਾ ਚੱਕਰ, ਕਿੱਥੇ ਤਲਵੰਡੀ ਹੈ, ਕਿੱਥੇ ਅਸਾਮ ਹੈ, ਕਿੱਥੇ ਬੰਗਾਲ ਹੈ, ਕਿੱਥੇ ਸਿੰਗਲਾ ਦੀਪ ਹੈ, ਇੱਥੋਂ ਤੱਕ ਕਿ ਕਿੱਥੇ ਰੋਮ ਹੈ, ਆ ਜਿਹੜੀ ਨਵੀਂ ਖੋਜ ਹੈ, ਉੱਥੋਂ ਤੱਕ ਵੈਟੀਕਨ ਸਿਟੀ ਜਿਹਨੂੰ ਕਹਿੰਦੇ ਨੇ, ਉੱਥੋਂ ਤੱਕ ਪਹੁੰਚ ਜਾਣਾ। ਮੱਕਾ ਮਦੀਨਾ, ਕੋਈ ਐਸਾ ਥਾਂ ਨਹੀਂ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਾਤਸ਼ਾਹ ਜੀ ਪਹੁੰਚੇ ਨਹੀਂ, ਜਿੱਥੇ ਉਹਨਾਂ ਨੇ ਚਰਨ ਨਹੀਂ ਪਾਏ। ਤੇ ਜਿੱਥੇ ਵੀ ਪਾਏ ਆਪਣੇ ਸੱਚ ਦਾ ਸੰਦੇਸ਼ ਲੈ ਕਰਕੇ ਇਹ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ ਮਨੁੱਖ ਸਚਿਆਰ ਕਿਵੇਂ ਹੋਏ, ਸੋਹਣੇ ਜੀਵਨ ਵਾਲਾ ਕਿਵੇਂ ਬਣੇ। ਕਿਉਂਕਿ ਇੱਕ ਇੱਕ ਬੰਦਾ, ਦੂਜਿਆਂ ਦੀ ਗੱਲ ਨਹੀਂ, ਇੱਕ ਇੱਕ ਬੰਦਾ ਆਪਣੇ ਆਪ ਨੂੰ ਸਚਿਆਰ ਬਣਾਉਣਾ ਸ਼ੁਰੂ ਕਰ ਦੇਵੇ, ਸਾਰਾ ਸੰਸਾਰ ਹੀ ਸਚਿਆਰਾਂ ਦਾ ਹੋ ਜਾਵੇਗਾ। ਇੱਥੇ ਕੋਈ ਵੀ ਬੁਰਾ ਬੰਦਾ ਨਹੀਂ ਰਹੇਗਾ। ਇਹੋ ਜੀ ਭਾਵਨਾ ਲੈ ਕਰਕੇ ਮਹਾਰਾਜ ਜੋ ਸਿੱਧ ਗੋਸ਼ਟ ਦੀ ਬਾਣੀ ਪੜ੍ਹੀ ਤੇ ਉਹ ਕਹਿੰਦੇ ਨੇ, ਉਹਨਾਂ ਨੂੰ ਜਦੋਂ ਜੋਗੀ ਪੁੱਛਦੇ ਨੇ, ਬਈ ਸਾਨੂੰ ਤੁਸੀਂ ਕਹਿੰਦੇ ਹੋ ਵੀ ਅਸੀਂ ਘਰ ਛੱਡ ਕੇ ਜੰਗਲਾਂ ਦੇ ਵਿੱਚ ਬੈਠੇ ਹਾਂ, ਅਸੀਂ ਘਰ ਛੱਡ ਕੇ ਪਰਬਤਾਂ ਦੇ ਵਿੱਚ ਅਸੀਂ ਘਰੋਂ ਭੰਗੌੜੇ ਹਾਂ, ਇਹ ਤੁਸੀਂ ਦੱਸੋ ਤੁਸੀਂ ਕੋ ਟੁਰੇ ਫਿਰਦੇ ਹੋ, ਤੁਸੀਂ ਕੋ ਲੱਗੇ ਫਿਰਦੇ ਹੋ। ਤੇ ਪਾਤਸ਼ਾਹ ਕਹਿੰਦੇ ਨੇ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸੱਚ ਵਖਰ ਕੇ ਹਮ ਵਣਜਾਰੇ। ਅਸੀਂ ਸੱਚ ਦੇ ਵਪਾਰੀ ਹਾਂ, ਸੱਚ ਵਖਰ ਕੇ ਹਮ ਵਣਜਾਰੇ, ਸੱਚ ਦੇ ਵਣਜਾਰੇ ਹਾਂ, ਸੱਚ ਦੇ ਵਪਾਰੀ ਹਾਂ।
सच की तलाश दे विच निकले हाँ, गुरमुखां की तलाश दे विच निकले हाँ, सचियार जीवन वालियां की तलाश दे विच निकले हाँ। और ये उन्हां दा पैगाम सी, सचियार जीवन मनुख किवें जीवे, सच्चा सुच्चा जीवन दे विच किवें होवे, क्योंकि धर्मी वो है जिहड़ा शुभ गुणां दा धारनी है, जिहदे जीवन दे विच शुभ गुण ने, आचार ने। जिहदी जिंदगी दे विच शुभ गुण नहीं है, वो जिन्नी मर्जी माला फेर लवे ते जिन्नियां मर्जी गिणतियां मिणतियां कर लवे, माफ़ करना वो धर्मी नहीं कह सकते। बड़े सन महाराज नूं मिले, पर सच्चे पातशाह जी ने सच सुनाई सी, सच की बेला। जिथे भी गए राजे मिले, महाराजे मिले, पंडित मौलवी काजी मुल्ला जोगी जती ब्रह्मचारी बड़े बड़े मिले। उन्होंने सारियां नूं पातशाह जी ने जीवन किस तरह सफल किया जावे, सचियार किवें बनिया जावे जीवन दे विच, वो सिक्ख्या पातशाह जी ने दिती। ते सारे दुखां दा जिहड़ा है, माफ़ करना, सारे दुखां दी दवाई जिहड़ी है, ये मेरे वैद सतगुरु गुरु नानक देव महाराज जी ने सचियार जीवन ही दिती है। जिन्नी जीवन दे विच दुख ने ना, जितने जीवन दे विच दुख ने, चिंतावां ने, झोरे ने, कलेश ने, झगड़े ने, इन्हां सारियां दी दवाई पातशाह जपजी साहब दे विच दिंदे ने भी इक्को ही जे सचियार बन जाओ, सारे दुख मिट जाणगे। ये दवाई है। असीं पढ़ते नहीं महाराज की बाणी नूं, साडे जीवन के दुख इसे करके दूर नहीं होंदे। ते जे पढ़ते हाँ तो फिर विचारते नहीं, ते जे विचारते हाँ तो फिर जीवन दे विच लागू नहीं करते। कई बंदे ऐसे भी ने जिहड़े विचारते भी ने, पर अपने जीवन दे विच उन्हां नूं घटाउंदे नहीं, अपने जीवन दे विच लागू नहीं करते। इसे करके जीवन दे विच खड़ोत आ जाती है ते घाट महसूस होंदी है। फलसफा मेरे गुरु नानक दा की है कि साडा जीवन की है। आ जिहड़े 550 साल अर्ध शताब्दी का साल है, मेरे ख्याल नाल सानू इहदे उपर जोर देना चाहिए है। मेरा गुरु की कहंदा है, उहदी सिक्ख्या की है, ते साडा जीवन की है, साडी जिंदगी कित्थे खड़ी है। ਉਹਦੇ ਨਾਲ ਮੁਲਾਂਕਣ ਕਰਾਂਗੇ ਗੁਰਬਾਣੀ ਦੇ ਨਾਲ, ਉਹਨਾਂ ਅਮਲੀ ਸੰਦੇਸ਼ਾਂ ਦੇ ਨਾਲ, ਉਹਨਾਂ ਬਹੁਤ ਵੱਡ ਮੁੱਲੇ ਉਪਦੇਸ਼ਾਂ ਦੇ ਨਾਲ, ਤੇ ਬੱਚੇ ਬੱਚੇ ਦੀ, ਜਵਾਨ ਦੀ, ਬਜ਼ੁਰਗ ਦੀ, ਹਰੇਕ ਮਨੁੱਖ ਦੀ ਜਿਹੜੀ ਹੈ ਉਹ ਕਲਿਆਣ ਹੋ ਜਾਵੇਗੀ। ਘੱਟੋ ਘੱਟ ਅਸੀਂ ਜਿਹੜੇ ਨਾਨਕ ਨਾਮ ਲੇਵਾ ਤੇ ਗੁਰੂ ਨਾਨਕ ਦੇ ਸਿੱਖ ਅਖਵਾਉਂਦੇ ਹਾਂ, ਸਾਨੂੰ ਤੇ ਇਹ ਚਾਹੀਦਾ ਹੈ। इन्ने सचियार जीवन वाले बन जावांगे ना, तो दुनिया सचियार होवेगी, शुभ गुणां दी धारनी होवेगी। संसार दे विच प्रेम दा, भाईचारे दा, अमन दा, शांति दा जिहड़ा है, नानक नाम चढ़दी कला तेरे भाणे, सरबत दा भला, सरबत दे भले दा जिहड़ा उपदेश है, ये पूरी दुनिया दे विच पहुंच सकेगा। महाराज जी ने ये उपराला किया। उन्होंने देखिया, दुखां नूं पढ़िया, विचारिया, वाचिया की है संसार नूं दुख, ते फिर सियाणे वैद की तरह उन्हां नूं दुखां नूं दूर करन वास्ते टुर पए। कोई परवाह नहीं कीती। धीआं पुत्तरां दे विच असीं रहिंदे हां ते किन्ना लगाव हुंदा है। महाराज जी ने जीवन भर अपने पुत्तरां नूं, अपने धर्म सुपत्नी, अपने महल माता सुलखणी जी तो, अपने प्यारे पूजनीक पिता बाबा मेहता कालू जी, माता त्रिपता जी तो दूर रहे, परिवार तो दूर रहे। अपनी लाडली ते बड़े अदब सत्कार वाली प्यारी भैन बेबे नानकी तो दूर रहे। बेशक मिलन आउंदे सन, पर असी 4 दिन किते चले जाइए ते किन्ने दुखी हुंदे हाँ, परिवार तो, धीआं तो, पुत्तरां तो, भैणां तो, भरावां तो दूर जा करके, माँ प्यो तो दूर जा करके। पर महाराज जी ने संसार की कल्याणता वास्ते, संसार के दुखों को दूर करने वास्ते सारी जिंदगी जिहड़ी सी वो अपनी लगा दी। ये कमाई है। एवें नहीं सी सिद्धा ने आखिया, धन नानक तेरी वड्डी कमाई, धन नानक तेरी वड्डी कमाई, धन नानक सिद्ध बोलन शुभ
ਬਚਨ ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ ਧਨ ਨਾਨਕ ਤੇਰੀ ਵੱਡੀ ਕਮਾਈ ਧਨ ਨਾਨਕ ਵੱਡਾ ਪੁਰਖ ਪ੍ਰਗਟਿਆ ਵੱਡਾ ਪੁਰਖ ਪ੍ਰਗਟਿਆ ਕਲ ਯੁਗ ਅੰਦਰ ਜੋਤ ਜਗਾਈ ਕਲ ਯੁਗ ਅੰਦਰ ਜੋਤ ਜਗਾਈ ਧਨ ਨਾਨਕ ਤੇਰੀ ਵੱਡੀ ਕਮਾਈ ਧਨ ਨਾਨਕ ਤੇਰੀ ਬਾਬੇ ਭੇਖ ਬਨਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਨ ਧਰਤ ਲੁਕਾਈ ਲੁਕਾਈ ਨੂੰ ਸਚਿਆਰ ਬਣਾਉਣ ਵਾਸਤੇ ਸੋਧਣ ਵਾਸਤੇ ਲੁਕਾਈ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਚੱਲ ਪਿਆ ਤੇ ਉਹਨੇ ਕੀ ਦਵਾਈ ਦਿੱਤੀ ਸਾਡੀ ਝੋਲੀ ਦੇ ਵਿੱਚ ਪਾਈ ਉਹ ਦਵਾਈ ਆ ਸ਼ਲੋਕ ਦੇ ਵਿੱਚ ਮਹਾਰਾਜ ਦੱਸਦੇ ਨੇ ਆਪ ਹੀ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਣ ਸੰਸਾਰ ਮਨੁੱਖ ਦੁੱਖ ਦੇ ਵਿੱਚ ਹੀ ਜੰਮਦਾ ਹੈ ਦੁੱਖ ਦੇ ਵਿੱਚ ਹੀ ਖਤਮ ਹੁੰਦਾ ਹੈ ਤੇ ਦੁੱਖ ਦੇ ਵਿੱਚ ਵਰਤਣ ਦਾ ਮਤਲਬ ਹੈ ਵਰਤੋਂ ਵਲੇਵਾ ਜਿਹੜਾ ਹੈ ਇਹਦਾ ਦੁੱਖ ਦੇ ਵਿੱਚ ਹੀ ਹੈ ਭਾਵ ਇੱਕ ਦੁੱਖ ਨਹੀਂ ਹੈ ਬੜੇ ਦੁੱਖ ਨੇ ਰਾਜੇ ਨਰਮੋਹ ਦੀ ਕਥਾ ਤੁਸੀਂ ਕਈ ਵਾਰ ਸੁਣੀ ਹੋਏਗੀ ਉਹਦੇ ਵਿੱਚ ਉਹ ਦੱਸਿਆ ਕਿ ਉਹ ਇੱਕ ਵਾਰ ਜਾ ਰਿਹਾ ਸੀ ਆਪਣੀ ਸੈਨਾ ਦੇ ਨਾਲ ਤੇ ਸੈਨਾ ਨੇ ਬਾਜ਼ਾਰ ਦੇ ਵਿੱਚੋਂ ਭੀੜ ਦੇ ਵਿੱਚੋਂ ਗੁਜ਼ਰੀਆਂ ਜਾ ਰਹੀਆਂ ਸਨ ਭਾਂਡੇ ਸਿਰ ਦੇ ਉੱਪਰ ਰੱਖ ਕੇ ਤੇ ਉਹਨਾਂ ਦੇ ਧੱਕੇ ਦੇ ਨਾਲ ਉਹਨਾਂ ਦੇ ਭਾਂਡੇ ਟੁੱਟ ਗਏ ਤੇ ਸਾਰੀਆਂ ਗੁਜ਼ਰੀਆਂ ਰੋਣ ਲੱਗ ਪਈਆਂ ਪਰ ਇੱਕ ਗੁਜ਼ਰੀ ਹੱਸਦੀ ਹੈ ਉਹਨੂੰ ਪੁੱਛਦਾ ਵੀ ਸਾਰੀਆਂ ਰੋਂਦੀਆਂ ਨੇ ਤੁਹਾਡੇ ਭਾਂਡੇ ਟੁੱਟ ਗਏ ਆਪਣੇ ਦੁੱਖ ਦੇ ਕਾਰਨ ਤੇ ਤੂੰ ਕਿਉਂ ਹੱਸਦੀ ਪਈ ਹੈ ਉਹਨੇ ਆਪਣੀ ਸਾਰੀ ਵਿਥਿਆ ਦੱਸੀ ਕਹਿੰਦੀ ਰਾਜਾ ਮੈਂ ਇਸ ਕਰਕੇ ਹੱਸ ਰਹੀ ਹਾਂ ਕਿ ਇਸ ਤੋਂ ਵੱਡੇ ਵੱਡੇ ਮੈਂ ਦੁੱਖ ਵੇਖੇ ਨੇ ਜ਼ਿੰਦਗੀ ਦੇ ਵਿੱਚ ਮੈਂ ਇੱਕ ਸ਼ਾਹੂਕਾਰ ਦੇ ਘਰ ਜਨਮੀ ਸੀ ਉੱਥੋਂ ਜਨਮ ਲੈ ਕਰਕੇ ਮੈਂ ਵੇਸਵਾ ਦੇ ਕੋਠੇ ਤੱਕ ਪਹੁੰਚ ਗਈ ਮੈਨੂੰ ਵੇਚ ਦਿੱਤਾ ਮੇਰੀ ਜ਼ਿੰਦਗੀ ਦੇ ਵਿੱਚ ਕਿੰਨੇ ਦੁੱਖ ਆਏ ਬੜੇ ਦੁੱਖ ਉਹਨੇ ਦੱਸੇ ਕਹਿਣ ਲੱਗੀ ਹੱਸਦੀ ਇਸ ਕਰਕੇ ਆ ਵੀ ਇਹ ਦੁੱਖ ਤੇ ਕੁਝ ਵੀ ਨਹੀਂ ਤੇ ਭਾਂਡੇ ਟੁੱਟਣ ਦੇ ਨਾਲ ਸਾਨੂੰ ਵੀ ਇਦਾਂ ਦਾ ਹੁੰਦਾ ਨਾ ਜਰਾ ਕਿ ਜ਼ਿੰਦਗੀ 'ਚ ਦੁੱਖ ਹੋਵੇ ਬੜੇ ਦੁਖੀ ਹੁੰਨੇ ਹਾਂ ਕਦੇ ਸਿਰ ਪੀੜ ਹੋ ਜਾਵੇ ਕੋਈ ਸਰੀਰ ਦਾ ਦੁੱਖ ਹੋ ਜਾਵੇ ਬਹੁਤ ਦੁਖੀ ਹੁੰਨੇ ਹਾਂ ਅਸੀਂ ਦੁਨੀਆ ਦੇ ਅੰਦਰ ਬੜੇ ਬੜੇ ਵੱਡੇ ਦੁੱਖ ਨੇ ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਤੇ ਦੇਖਦਾ ਹਾਂ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ ਹਰ ਬੰਦਾ ਇਹ ਸੋਚਦਾ ਹੈ ਵੀ ਮੈਂ ਹੀ ਦੁਖੀ ਹਾਂ ਦੂਜਾ ਦੁਖੀ ਨਹੀਂ ਦੂਜੇ ਨੂੰ ਕੋਈ ਦੁੱਖ ਨਹੀਂ ਹੈ ਪਰ ਕਹਿੰਦੇ ਨੇ ਇਹ ਦ੍ਰਿਸ਼ਟੀਕੋਣ ਸਾਨੂੰ ਗੁਰਬਾਣੀ ਤੋਂ ਮਿਲਦਾ ਅਸੀਂ ਇਕੱਲੇ ਦੁਖੀ ਨਹੀਂ ਹਾਂ ਸਾਰਾ ਸੰਸਾਰ ਹਰੇਕ ਮਨੁੱਖ ਨੂੰ ਦੁੱਖ ਹੈ ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅੱਗ ਮੈਂ ਹੀ ਦੁਖੀ ਨਹੀਂ ਹਾਂ ਜਦੋਂ ਸਾਡੀ ਸੁਰਤ ਉੱਚੀ ਹੋਵੇਗੀ ਨਾ ਉਦੋਂ ਪਤਾ ਲੱਗੇਗਾ ਇਹ ਦੁੱਖ ਮੇਰਾ ਨਹੀਂ ਹੈ ਇਹ ਦੂਜੇ ਦਾ ਵੀ ਦੁੱਖ ਹੈ ਇਹ ਤੀਜੇ ਦਾ ਵੀ ਹੈ ਚੌਥੇ ਦਾ ਵੀ ਦੁੱਖ ਹੈ ਹਰ ਮਨੁੱਖ ਦੁਖੀ ਹੁੰਦਾ ਹਰ ਮਨੁੱਖ ਨੂੰ ਦੁੱਖ ਹੈ ਕੋਈ ਵੀ ਮਨੁੱਖ ਜੀਵਨ ਦੇ ਵਿੱਚ ਸੁਖੀ ਨਹੀਂ ਹੈ ਮਹਾਰਾਜ ਕਹਿੰਦੇ ਨੇ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅੱਗੇ ਆਖੀਏ ਪੜ ਪੜ ਕਰੇ ਪੁਕਾਰ ਪੰਡਿਤ ਜਿਹੜੇ ਨੇ ਉਹ ਪੜ ਪੜ ਕੇ ਪੁਕਾਰ ਕੇ ਆਖਦੇ ਨੇ ਕਿ ਅੱਗੇ ਜਾ ਕਰਕੇ ਦੁੱਖ ਮਿਲੇਗਾ ਤੁਸੀਂ ਆਹ ਕਰਮਕਾਂਡ ਨਾ ਕਰੋਗੇ ਤੁਹਾਨੂੰ ਦੁੱਖ ਮਿਲੇਗਾ ਆਹ ਕਰਮਕਾਂਡ ਨਾ ਕਰੋਗੇ ਤੁਹਾਨੂੰ ਦੁੱਖ ਮਿਲੇਗਾ ਉਹ ਆਪਣਾ ਦੁੱਖ ਰੋਂਦੇ ਨੇ ਦੁੱਖ ਕੀਆਂ ਪੰਡਾ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਕਿਸੇ ਬੰਦੇ ਨੂੰ ਛੇੜ ਕੇ ਵੇਖ ਲਓ ਜਦੋਂ ਉਹ ਛਿੜ ਪਵੇ ਤੇ ਫਿਰ ਇੱਕ ਦੁੱਖ ਨਹੀਂ ਹੈ ਪੰਡਾ ਖੁੱਲ ਜਾਂਦੀਆਂ ਨੇ ਮਹਾਰਾਜ ਕਹਿੰਦੇ ਨੇ ਕਿਸੇ ਨੂੰ ਵੀ ਦੇਖ ਲਓ
ਕਿਸੇ ਦੇ ਮਰਨੇ ਦੇ ਉੱਪਰ ਪਰਨੇ ਦੇ ਉੱਪਰ ਕੋਈ ਜਾਵੇ, ਉੱਥੇ ਉਹਦੇ ਦੁੱਖ ਦੇ ਵਿੱਚ ਜਾਂਦਾ ਹੈ, ਆਪਣਾ ਦੁੱਖ ਖੋਲ ਕੇ ਬੈਠ ਜਾਂਦਾ ਹੈ। ਕਿਸੇ ਦਾ ਧੀ ਦਾ, ਕਿਸੇ ਦਾ ਪੁੱਤਰ ਦਾ, ਕਿਸੇ ਦਾ ਮਾਂ ਦਾ, ਕਿਸੇ ਦਾ ਪਿਓ ਦਾ। ਅਸੀਂ ਇਦਾਂ ਹੀ ਕਰਦੇ ਨਾ, ਜਿੱਥੇ ਵੀ ਜਾਈਏ ਆਪਣੀ ਗੱਲ ਕਰਦੇ ਹਾਂ, ਦੂਜੇ ਦੇ ਦੁੱਖ ਦੇ ਵਿੱਚ ਵੀ ਜਾ ਕਰਕੇ, ਉਹਦੇ ਸਮੇਂ ਦੇ ਵਿੱਚ ਵੀ। ਮਹਾਰਾਜ ਕਹਿੰਦੇ ਦੁੱਖ ਦੀਆਂ ਪੰਡਾਂ ਖੁੱਲੀਆਂ, ਜਦੋਂ ਦੁੱਖਾਂ ਦੀਆਂ ਪੰਡਾਂ ਖੋਲਦੇ ਹਾਂ ਤੇ ਫਿਰ ਸਾਨੂੰ ਸੁੱਖ ਕੋਈ ਨਜ਼ਰ ਨਹੀਂ ਆਉਂਦਾ। ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ। ਦੁੱਖ ਦੇ ਵਿੱਚ ਜੀਓ ਜਿਹੜਾ ਹੈ ਉਹ ਜਲਦਾ ਹੈ, ਆਤਮਾ ਜਲਦਾ ਹੈ ਦੁੱਖ ਦੇ ਵਿੱਚ, ਹਿਰਦਾ ਜਲਦਾ ਹੈ ਦੁੱਖ ਦੇ ਵਿੱਚ। ਤੇ ਮਨੁੱਖ ਜਿਹੜਾ ਹੈ ਸੰਸਾਰ ਤੋਂ ਦੁਖੀ ਹੀ ਉੱਠ ਕੇ ਚਲਿਆ ਜਾਂਦਾ ਹੈ। ਦੁਖੀਆ ਚੱਲਿਆ ਰੋਏ, ਰੋ ਪਿੱਟ ਕੇ ਜ਼ਿੰਦਗੀ, ਸਾਰੀ ਜ਼ਿੰਦਗੀ ਰੋਂਦਿਆਂ ਹੀ ਲੰਘ ਜਾਂਦੀ ਹੈ। ਕਿਸੇ ਬੰਦੇ ਨੂੰ ਪੁੱਛ ਲਓ, ਉਹ ਕਹਿੰਦਾ ਨਾ ਜੀ, ਕਿਸੇ ਕਾਰੋਬਾਰੀ ਨੂੰ ਪੁੱਛ ਲਓ, ਅੱਜ ਕੱਲ੍ਹ ਤੇ ਵਿਚਾਰੇ ਵਪਾਰੀ ਕਾਰੋਬਾਰੀ ਜ਼ਿਆਦਾ ਹੀ ਦੁਖੀ ਨੇ। ਉਹਨਾਂ ਨੂੰ ਪੁੱਛ ਕੇ ਵੇਖੋ ਤੇ ਉਹਨਾਂ ਦਾ ਦੁੱਖ ਜਿਹੜਾ ਹੈ, ਉਹਨਾਂ ਦੇ ਹੌਕੇ ਜਿਹੜੇ ਨੇ ਉਹ ਨਹੀਂ ਮੁੱਕਦੇ। ਹੋਰ ਗੱਲਾਂ ਜਿਹੜੀਆਂ ਨੇ ਦੁੱਖਾਂ ਦੀਆਂ ਉਹ ਤੇ ਪਾਸੇ ਰੱਖ ਦਈਏ, ਹਰ ਬੰਦਾ ਦੁਖੀ। ਕਹਿੰਦੇ ਨੇ ਨਾਨਕ ਮਹਾਰਾਜ ਕਹਿੰਦੇ ਨੇ ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ। ਸਾਰੀ ਜ਼ਿੰਦਗੀ ਦੁੱਖ ਦੇ ਵਿੱਚ ਹੀ ਰਹਿ ਕਰਕੇ ਦੁਖੀ ਹੀ ਉੱਠ ਕੇ ਚਲਿਆ ਜਾਂਦਾ ਹੈ ਸੰਸਾਰ ਤੋਂ। ਅੱਗੇ ਕੀ ਕਹਿੰਦੇ ਨੇ, ਹੁਣ ਦਵਾਈ ਦਿੰਦੇ ਨੇ ਮਹਾਰਾਜ, ਕਹਿੰਦੇ ਨੇ ਔਸ਼ਧੀ ਦਿੰਦੇ ਨੇ, ਨਾਨਕ ਸਿਫਤੀ ਰਤਿਆਂ ਮਨ ਤਨ ਹਰਿਆ ਹੋਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਨਾਨਕ ਆਖ ਵਾਹਿਗੁਰੂ ਦੀ ਸਿਫਤ ਦੇ ਵਿੱਚ ਰੱਤੇ ਜਾਣ ਦੇ ਨਾਲ ਮਨ ਤਨ ਦੋਨੋਂ ਹੀ ਸੁਖੀ ਹੋ ਜਾਂਦੇ ਨੇ। ਪਰਮਾਤਮਾ ਦੀ ਸਿਫਤ ਸਲਾਹ, ਇੱਕ ਅਕਾਲ ਪੁਰਖ, ਇੱਕ ਨਿਰੰਕਾਰ ਦੀ ਸਿਫਤ ਵਡਿਆਈ ਜਿਹੜੀ ਹੈ ਉਹ ਮਨੁੱਖ ਨੂੰ ਦੁੱਖਾਂ ਤੋਂ ਰਹਿਤ ਕਰਨ ਵਾਲੀ ਹੈ। ਜੇ ਮਨੁੱਖ ਜੀਵਨ ਦੇ ਵਿੱਚ ਸੁਖੀ ਹੋਣਾ ਚਾਹੁੰਦਾ ਹੈ ਤਾਂ ਫਿਰ ਪਰਮਾਤਮਾ ਦਾ ਸਿਮਰਨ ਹੀ, ਉਹਦੀ ਯਾਦ ਜਿਹੜੀ ਹੈ ਉਹ ਹੀ ਸੁਖੀ ਕਰਨ ਵਾਲੀ ਹੈ। ਨਾਨਕ ਸਿਫਤੀ ਰਤਿਆਂ ਮਨ ਤਨ ਹਰਿਆ ਹੋਏ। ਮਨ ਤਨ ਹਰਿਆ ਹੋ ਜਾਂਦਾ ਹੈ ਉਹਦੀ ਸਿਫਤ ਦੇ ਵਿੱਚ ਰਤਿਆਂ ਹੋਇਆਂ। ਦੁੱਖ ਕੀਆਂ ਅੱਗੀ ਮਾਰੀ ਐ, ਵੀ ਦੁੱਖ ਦਾਰੂ ਹੋਏ। ਦੁੱਖਾਂ ਦੀਆਂ ਜਿਹੜੀਆਂ ਅੱਗਾਂ ਨੇ ਨਾ ਉਹ ਮੁੱਕ ਜਾਂਦੀਆਂ ਨੇ। ਜਿਹੜੀਆਂ ਅੱਗਾਂ ਮਨੁੱਖ ਨੂੰ ਲੱਗੀਆਂ ਹੋਈਆਂ ਸਨ, ਜਿਨ੍ਹਾਂ ਦੁੱਖਾਂ ਦੀ ਅੱਗ ਦੇ ਵਿੱਚ ਜਲ ਰਿਹਾ ਸੀ, ਜਿਹੜੇ ਦੁੱਖਾਂ ਦੀਆਂ ਅੱਗਾਂ ਦੇ ਵਿੱਚ ਜਲ ਰਿਹਾ ਸੀ, ਮਨੁੱਖ ਨੂੰ ਮਾਰ ਰਹੀਆਂ ਸਨ, ਦੁੱਖ ਕੀਆਂ ਅੱਗੀ ਮਾਰੀ ਹੈ, ਵੀ ਦੁੱਖ ਦਾਰੂ ਹੋਏ। ਜਦੋਂ ਬੰਦੇ ਨੂੰ ਸਮਝ ਆ ਜਾਂਦੀ ਹੈ ਨਾ ਤਾਂ ਫਿਰ ਉਹਦਾ ਦੁੱਖ ਜਿਹੜਾ ਹੈ ਦਾਰੂ ਬਣ ਜਾਂਦਾ ਹੈ। ਮਹਾਰਾਜ ਦੇ ਬਚਨ ਨੇ ਨਾ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਆਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀਂ, ਜਾਂ ਤੂੰ ਕਰੇ ਨਾ। ਜਦੋਂ ਇਹ ਗੱਲ ਸਮਝ ਆ ਜਾਵੇ ਫਿਰ ਦਾਰੂ ਬਣਦਾ ਹੈ। ਉਹ ਦੁੱਖ ਜਿਹੜਾ ਦੁੱਖ ਨਹੀਂ ਰਹਿੰਦਾ। ਜਦੋਂ ਕਰਤੇ ਦੀ ਸਿਫਤ ਸਲਾਹ ਦੇ ਵਿੱਚ, ਵਡਿਆਈ ਦੇ ਵਿੱਚ ਮਨੁੱਖ ਜੁੜ ਜਾਂਦਾ ਹੈ ਤਾਂ ਉਸ ਨਿਰੰਕਾਰ ਦੀ ਵਡਿਆਈ ਦੇ ਵਿੱਚ ਫਿਰ ਕੋਈ ਦੁੱਖ ਨਹੀਂ ਹੈ। ਦੂਸਰੇ ਸ਼ਲੋਕ ਦੇ ਵਿੱਚ ਸਾਹਿਬ ਕਹਿੰਦੇ ਨੇ, ਮਹਿਲਾ ਪਹਿਲਾ, ਨਾਨਕ ਦੁਨੀਆ ਭਸ ਰੰਗ, ਪਸੂ ਹੂੰ ਪਸ ਖੇ। ਕਹਿੰਦੇ ਮਹਾਰਾਜ ਦੁੱਖਾਂ ਦੇ ਵਿੱਚ ਪਈ ਹੋਈ, ਆਪਣੀ ਸਵਾਰਥ ਦੇ ਵਿੱਚ ਲੱਗੀ ਹੋਈ ਦੁਨੀਆ ਜਿਹੜੀ ਹੈ, ਜਿੰਨੇ ਕੰਮ ਕਰਦੀ ਹੈ, ਭਸ ਰੰਗ, ਮਾਇਆ ਦਾ ਰੰਗ ਜਿਹੜਾ ਹੈ ਉਹ ਖੇ ਹੈ। ਭਸ ਕਹਿੰਦੇ ਨੇ ਭਸਮ ਨੂੰ, ਖੇ ਨੂੰ, ਸਵਾਹ ਨੂੰ। ਨਾਨਕ ਦੁਨੀਆ ਭਸ ਰੰਗ, ਦੁਨੀਆ ਦਾ ਜਿਹੜੀ ਮਾਇਆ ਦੇ ਵਿੱਚ ਰੰਗੀ ਹੋਈ ਇੱਕ ਕਰਤੇ ਪੁਰਖ ਦੀ ਯਾਦ ਨੂੰ ਛੱਡ ਕਰਕੇ ਉਹਨੂੰ ਮਹਾਰਾਜ ਸਵਾਹ ਕਹਿੰਦੇ ਨੇ। ਸਵਾਹ ਹੀ ਨਹੀਂ ਕਹਿੰਦੇ, ਪਾਤਸ਼ਾਹ ਕਹਿੰਦੇ ਨੇ ਪਸੂ ਹੂੰ ਪਸ ਖੇ। ਪਸੂ ਹੂੰ ਪਸ ਦਾ ਮਤਲਬ ਹੈ ਸਵਾਹ ਤੋਂ ਵੀ ਸਵਾਹ, ਉੱਚਾ ਦਰਜਾ। ਇੱਕ ਤੇ ਸਵਾਹ ਹੋ ਗਈ, ਇੱਕ ਉਸੇ ਨਾਲੋਂ ਵੀ ਗਈ ਗੁਜਰੀ ਸਵਾਹ ਹੋਵੇ, ਉਹਨੂੰ ਖੇ। ਮਹਾਰਾਜ ਕਹਿੰਦੇ ਨੇ, ਪਸੋ ਪਸ ਕਮਾਵਣੀ, ਭੀ ਪਸ ਭਰੀਏ ਦੇਹ। ਮਨੁੱਖ ਜਿੰਨੇ ਫਿਰ ਕੰਮ ਕਰਦਾ ਹੈ, ਰੱਬ ਦੀ, ਪਰਮੇਸ਼ਰ ਦੀ ਯਾਦ ਨੂੰ ਛੱਡ ਕੇ, ਸ਼ੁਭ ਗੁਣਾਂ ਦਾ ਤਿਆਗੀ ਹੋ ਕਰਕੇ, ਪਸੋ ਪਸ ਕਮਾਵਣੀ, ਖੇ ਖੇ ਹੀ ਕਮਾਉਂਦਾ ਹੈ, ਖੇ ਹੀ ਆਪਣੇ ਖੇ ਦੀ ਹੀ ਕਮਾਈ ਕਰਦਾ ਹੈ। ਪਸੋ ਪਸ ਕਮਾਵਣੀ ਦਾ ਮਤਲਬ ਹੈ ਖੇ ਦੀ ਕਮਾਈ ਕਰਦਾ ਹੈ। ਤੇ ਜਦੋਂ ਝੂਠ ਦੇ ਵਿੱਚ ਰਚਿਆ ਹੋਇਆ ਬੰਦਾ ਝੂਠ ਦੇ ਨਾਲ ਜੋ ਕੁਝ ਵੀ ਕਰੇਗਾ ਉਹ ਝੂਠੀ ਹੀ ਕਮਾਈ ਹੋਵੇਗੀ, ਉਹ ਖੇ ਵੀ
खे ही होएगी, पस ही होएगी, ਉਹਨੂੰ ਪਵਿੱਤਰ ਨਹੀਂ ਕਹਿ ਸਕਦੇ। ਬੀ ਪਸ ਭਰੀਏ ਦੇਹ, ਇਸ ਤਰ੍ਹਾਂ ਝੂਠ ਦੇ ਵਿੱਚ, ਵਿਸ਼ਿਆਂ ਤੇ ਵਿਕਾਰਾਂ ਦੇ ਵਿੱਚ ਲੱਗ ਕਰਕੇ ਉਹਦੇ ਜੀਵਨ ਦੇ ਵਿੱਚ ਖੇ ਪੈ ਜਾਂਦੀ ਹੈ। ਉਹਦੀ ਦੇਹੀ ਜਿਹੜੀ ਹੈ ਉਹ ਵਿਸ਼ਈ ਵਿਕਾਰੀ ਹੋ ਜਾਂਦੀ ਹੈ ਤੇ ਉਹ ਜੀਵਨ ਦੇ ਵਿੱਚ ਕੁਝ ਵੀ ਨਹੀਂ ਖੱਟਦਾ ਮਨੁੱਖ ਜਿਹੜਾ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੱਗ ਜਾਵੇ। ਜਾਂ ਜੀਓ ਵਿੱਚੋਂ ਕੱਢੀਏ ਪਸ਼ੂ ਭਰਿਆ ਜਾਏ, ਜਦੋਂ ਮਨੁੱਖ ਸੰਸਾਰ ਤੋਂ ਜਾਂਦਾ ਹੈ, ਜਾਂ ਜੀਓ ਵਿੱਚੋਂ ਕੱਢੀਏ ਦਾ ਮਤਲਬ ਹੈ ਜਦੋਂ ਇਹਦਾ ਆਤਮਾ ਜਿਹੜਾ ਹੈ ਨਿਰਾਲਾ ਹੁੰਦਾ ਹੈ ਸਰੀਰ ਦੇ ਨਾਲੋਂ। ਪਸ਼ੂ ਭਰਿਆ ਜਾਏ, ਤੇ ਕਿੱਦਾਂ ਜਾਂਦਾ ਹੈ ਸੰਸਾਰ ਤੋਂ? ਖੇ ਸਵਾ ਲੈ ਕੇ ਜਾਂਦਾ ਹੈ। ਪਸ਼ੂ ਭਰਿਆ ਜਾਏ, ਪਸ਼ੂ ਖੇ ਸਵਾ ਭਰਿਆ ਜਾਏ। ਸਵਾਹ ਦੇ ਨਾਲ ਜ਼ਿੰਦਗੀ ਦੇ ਵਿੱਚ ਜਿੰਨੇ ਮਾੜੇ ਕੰਮ ਕੀਤੇ ਮਨੁੱਖ ਨੇ ਉਹ ਖੇ ਪੱਲੇ ਪਾਈ, ਉਹ ਖੇ ਲੈ ਕਰਕੇ ਸੰਸਾਰ ਤੋਂ ਜਾਂਦਾ ਹੈ। ਪਸ਼ੂ ਭਰਿਆ ਜਾਏ, ਅੱਗੇ ਲੇਖੇ ਮੰਗੇ ਹੋਰ ਦਸੂਣੀ ਪਾਏ। ਤੇ ਜਦੋਂ ਮਾਲਕ ਦੀ ਦਰਗਾਹ ਦੇ ਵਿੱਚ ਲੇਖਾ ਮੰਗਿਆ ਜਾਂਦਾ ਹੈ, ਬਈ ਲਿਆ ਕਿਆ ਤੈਂ ਖੱਟਿਆ, ਕਹਾਂ ਗਵਾਇਆ, ਕੀ ਖੱਟ ਕੇ ਲਿਆਇਆ ਹੈ? ਤੇ ਜੇ ਚੰਗੇ ਕੰਮ ਕੀਤੇ ਹੋਣਗੇ ਤੇ ਆਖੇਗਾ ਨਾ ਵੀ ਮਹਾਰਾਜ ਆਹ ਮੈਂ ਚੰਗੇ ਕੰਮ ਕੀਤੇ ਨੇ। ਤੇ ਜੇ ਝੂਠ, ਨਿੰਦਾ, ਚੁਗਲੀ, ਛਲ, ਫਰੇਬ, ਪਖੰਡ, ਧੋਖਾ, ਧੜੀ ਦੇ ਕੰਮ ਕੀਤੇ ਜ਼ਿੰਦਗੀ ਦੇ ਵਿੱਚ, ਤੇ ਉਹੀ ਅੱਗੇ ਰੱਖਣੇ ਨੇ, ਸਵਾਈ ਰੱਖਣੀ ਅੱਗੇ। ਮਹਾਰਾਜ ਕਹਿੰਦੇ ਨੇ ਅੱਗੇ ਲੇਖੇ ਮੰਗੇ ਹੋਰ ਦਸੂਣੀ ਪਾਏ। ਤੇ ਜਦੋਂ ਉਹਦੀ ਖੇ ਅੱਗੇ ਹੁੰਦੀ ਹੈ ਫਿਰ ਉਹਨੂੰ ਹੋਰ ਖੇ ਪੈਂਦੀ ਉਹਦੇ ਸਿਰ ਦੇ ਵਿੱਚ, ਉੱਥੇ ਵੀ ਜਾ ਕੇ ਖੇ ਹੀ ਪੈਂਦੀ ਹੈ। ਭਾਵ ਜੀਵਨ ਦੇ ਵਿੱਚ ਉਹ ਮਨੁੱਖ ਨਾ ਇਸ ਜੀਵਨ ਦੇ ਵਿੱਚ ਕੋਈ ਵਡਿਆਈ ਹਾਸਲ ਕਰਦਾ ਹੈ ਤੇ ਨਾ ਮਾਲਕ ਦੀ ਦਰਗਾਹ ਦੇ ਵਿੱਚ ਹੀ ਉਸ ਨੂੰ ਇੱਜ਼ਤ ਮਿਲਦੀ ਹੈ, ਜਿਸ ਨੇ ਵਿਸ਼ਿਆਂ ਵਿਕਾਰਾਂ ਦੀ ਖੇ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਖੇ ਬਣਾ ਲਿਆ ਹੋਵੇ। ਗੁਰੂ ਰਾਮਦਾਸ ਮਹਾਰਾਜ ਆਖਦੇ ਨੇ, ਕਹਿੰਦੇ ਨੇ, ਨਾ ਸੁਣਿਆ ਸੁੱਚ ਸੰਜਮੋ, ਪ੍ਰਭੂ ਦੇ ਨਾਮ ਨੂੰ ਸੁਣ ਕੇ ਹੀ ਪਵਿੱਤਰ ਜੀਵਨ ਬਣਦਾ ਹੈ। ਸੁੱਚ ਸੰਜਮੋ ਦਾ ਮਤਲਬ ਪਵਿੱਤਰ ਜੀਵਨ। ਜਮ ਨੇੜ ਨਾ ਆਵੇ, ਤੇ ਜਦੋਂ ਜੀਵਨ ਸਚਿਆਰ ਹੋ ਜਾਵੇ ਤੇ ਉਹਦੇ ਫਿਰ ਕਾਮ, ਕ੍ਰੋਧ, ਵਿਸ਼ੇ ਵਿਕਾਰ ਜਮ ਨੇੜੇ ਨਹੀਂ ਆਉਂਦੇ। ਨਾ ਸੁਣਿਆ ਘਟ ਚਾਨਣਾ ਆ ਨੇਰ ਗਵਾਵੇ, ਪ੍ਰਭੂ ਦਾ ਨਾਮ ਸੁਣ ਕਰਕੇ ਹਿਰਦੇ ਘਟ ਦੇ ਵਿੱਚ ਚਾਨਣ ਹੋ ਜਾਂਦਾ ਹੈ ਤੇ ਹਨੇਰਾ ਦੂਰ ਹੋ ਜਾਂਦਾ ਹੈ, ਅਗਿਆਨਤਾ ਮਿਟ ਜਾਂਦੀ ਹੈ। ਨਾਏ ਸੁਣਿਆ ਆਪ ਬੁੱਝੀਏ ਲਾਹਾ ਨਾਉ ਪਾਵੇ, ਪ੍ਰਭੂ ਦਾ ਨਾਮ ਸੁਣ ਕੇ ਆਪੇ ਦੀ ਸਮਝ ਪੈਂਦੀ ਹੈ। ਆਪ ਬੁੱਝੀਏ, ਆਪ ਬੁੱਝੀਏ ਦਾ ਮਤਲਬ ਆਪਣੇ ਆਪ ਨੂੰ ਬੁੱਝ ਲੈਂਦਾ ਹੈ ਮਨੁੱਖ। ਮੈਂ ਕੌਣ ਹਾਂ, ਕਿਉਂ ਆਇਆ ਹਾਂ, ਮੇਰਾ ਸੰਸਾਰ ਤੇ ਆਉਣ ਦਾ ਕਾਰਨ ਕੀ, ਮਤਲਬ ਕੀ ਹੈ। ਫਿਰ ਜਦੋਂ ਮਤਲਬ ਪਤਾ ਲੱਗ ਜਾਵੇ ਤੇ ਮਹਾਰਾਜ ਕਹਿੰਦੇ ਲਾਹਾ ਨਾਉ ਪਾਵੇ, ਨਾਮ ਦਾ ਲਾਹਾ ਪ੍ਰਾਪਤ ਕਰਦਾ ਹੈ। ਨਾਏ ਸੁਣਿਆ ਪਾਪ ਕੱਟੀਐ, ਪ੍ਰਭੂ ਦੇ ਨਾਮ ਨੂੰ ਸੁਣ ਕੇ ਹੀ ਪਾਪ ਕੱਟੇ ਜਾਂਦੇ ਨੇ। ਉਹ ਮਨੁੱਖ ਆਪਣੇ ਪਾਪਾਂ ਨੂੰ ਕੱਟ ਲੈਂਦਾ ਹੈ। ਨਿਰਮਲ ਸੱਚ ਪਾਵੇ, ਸੱਚ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚ ਦੀ ਪ੍ਰਾਪਤੀ, ਵਾਹਿਗੁਰੂ ਦੀ ਪ੍ਰਾਪਤੀ, ਸੱਚਾ ਸੁੱਚਾ ਜੀਵਨ, ਵਾਹਿਗੁਰੂ ਦੀ ਪ੍ਰਾਪਤੀ। ਨਿਰਮਲ ਸੱਚ ਪਾਵੇ, ਉਹ ਨਿਰਮਲ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ, ਨਾਨਕ ਨਾਏ ਸੁਣਿਆ ਮੁਖ ਉਜਲੇ, ਪ੍ਰਭੂ ਦਾ ਨਾਮ ਸੁਣ ਕਰਕੇ ਜਿਹੜਾ ਨਾਮ ਦੀ ਕਮਾਈ ਦੇ ਵਿੱਚ ਲੱਗ ਜਾਵੇ, ਸ਼ੁਭ ਕਰਮਾਂ ਦੇ ਵਿੱਚ ਲੱਗ ਜਾਵੇ, ਸ਼ੁਭ ਗੁਣਾਂ ਦਾ ਧਾਰਨੀ ਹੋ ਜਾਵੇ, ਮੁਖ ਉਜਲੇ, ਉਹਦਾ ਮੁਖ ਉਜਲਾ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਨਾਉ ਗੁਰਮੁਖ ਧਿਆਵੇ, ਜਿਹੜਾ ਗੁਰੂ ਦੀ ਸ਼ਰਨ ਪੈ ਕਰਕੇ ਪ੍ਰਭੂ ਦਾ ਨਾਮ ਧਿਆਉਂਦਾ ਹੈ। ਪ੍ਰਭੂ ਦੇ ਨਾਮ ਧਿਆਉਣ ਦਾ ਮਤਲਬ, ਗੁਰੂ ਦੀ ਸ਼ਰਨ ਪੈ ਕੇ ਨਾਮ ਧਿਆਉਣ ਦਾ ਮਤਲਬ ਹੈ ਗੁਰੂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਜਿਉਣਾ, ਆਪਣੇ ਜੀਵਨ ਦੇ ਵਿੱਚ ਸ਼ੁਭ ਗੁਣਾਂ ਦਾ ਧਾਰਨੀ ਹੋਣਾ, ਚੰਗੇ ਧਰਮ ਰਾਹ ਦੇ ਉੱਪਰ ਚੱਲਣਾ, ਹੱਕ ਸੱਚ ਦੀ ਕਮਾਈ ਕਰਦਿਆਂ ਹੋਇਆਂ ਆਪਣਾ ਜੀਵਨ ਜਿਉਣਾ, ਕਿਰਤ ਕਰਦਿਆਂ, ਨਾਮ ਜਪਦਿਆਂ, ਵੰਡ ਛਕਦਿਆਂ। ਜੋ ਤ੍ਰੈ ਸੂਤਰੀ ਸਿਧਾਂਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਿੱਤਾ ਹੈ, ਜਿਹੜਾ ਉਸ ਸਿਧਾਂਤ ਦੇ ਨਾਲ ਜੀਵਨ ਜਿਉਂਦਾ ਹੈ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਮਾਲਕ ਦੀ ਉਹਦੇ ਉੱਪਰ ਕਿਰਪਾ ਹੋ ਜਾਂਦੀ ਹੈ। ਇਹ ਸਮਝੋ ਕਿ ਉਸੇ ਪੰਕਤੀ ਦੀ ਜਿਹੜੀ ਸੁਣਿਆ ਵਾਲੀਆਂ ਜਪਜੀ ਸਾਹਿਬ ਦੇ ਵਿੱਚ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੇ ਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸਾਰੇ ਦੁੱਖ ਮਿਟ ਜਾਂਦੇ ਨੇ। ਸਾਹਿਬ ਕਿਰਪਾ ਕਰਨ, ਅਸੀਂ ਆਪਣੇ ਜੀਵਨ ਵਿੱਚ
ਨਾਮ ਜਪੀਏ, ਸਿਮਰਨ ਕਰੀਏ। ਇਹ ਅਰਧ ਸ਼ਤਾਬਦੀ 550 ਸਾਲਾ ਜਿਹੜੀ ਹੈ, ਇਸ ਨੂੰ ਇਸ ਤਰ੍ਹਾਂ ਦੇ ਨਾਲ ਮਨਾਈਏ, ਕਮਾਈ ਕਰਕੇ, ਬਾਣੀ ਪੜ੍ਹ ਕੇ, ਵਿਚਾਰ ਕਰਕੇ, ਆਪਣੇ ਪਰਿਵਾਰ ਤੇ ਵੀ ਲਾਗੂ ਕਰੀਏ, ਦੂਜਿਆਂ ਨੂੰ ਵੀ ਸੁਣਾਈਏ। ਇਸ ਤਰ੍ਹਾਂ ਮਾਲਕ ਦੀਆਂ, ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਵਡਿਆਈਆਂ ਕਰਦਿਆਂ ਹੋਇਆ ਸਾਡਾ ਜੀਵਨ ਸਫਲਾ ਹੋਵੇਗਾ। ਭੁੱਲਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।